ਇਹ ਜਿਹੜਾ ਡੀਜੀਪੀ ਉਹਦਾ ਭਾਵਰਾ ਸੀਗਾ ਉਹਦੇ ਤੇ ਇਲਜ਼ਾਮ ਲੱਗਦਾ ਕਿ 100 ਕਰੋੜ ਰੁਪਇਆ ਲਿਆ ਸੀ ਉਹਨੇ। ਜਿਸ ਤਰ੍ਹਾਂ ਦੇ ਨਕਾਰੇ ਹੋਏ ਪੋਲੀਟੀਸ਼ੀਅਨ ਕਾਨੂੰਨ ਦਾ ਆਸਰਾ ਲੈ ਕੇ ਜੇਲ੍ਹਾਂ 'ਚੋਂ ਬਾਹਰ ਆਉਂਦੇ ਆ, ਤਕਰੀਬਨ 6 ਮਹੀਨਿਆਂ ਤੋਂ ਬਾਈ ਨੇ ਨਾਮ ਲੈ ਕੇ ਜੱਜਾਂ ਦੇ ਬੋਲਦਾ ਕਿ 70 ਸਾਲਾਂ ਦੇ ਵਿੱਚ ਕਦੀ ਇੰਨੀ ਗੈਂਗਸਟਰ ਰਾਜ ਪੰਜਾਬ ਦੇ ਵਿੱਚ ਵਧਿਆ ਵੇਖਿਆ ਤੁਸੀਂ? 9 ਮਹੀਨੇ 'ਚ ਇੱਕ ਮੰਤਰੀ ਕਰਪਸ਼ਨ 'ਚ ਅੰਦਰ ਜਾ ਚੁੱਕਾ ਹੈ, ਇੱਕ ਇਹਨਾਂ ਦਾ ਐਮਐਲਏ ਪੀਓ ਹੋ ਗਿਆ, ਦੂਜਾ ਐਮਐਲਏ ਜਿਹੜਾ ਹੈਗਾ ਉਹਦੇ ਖਿਲਾਫ ਹੁਣੀ ਸ਼ਿਕਾਇਤ ਹੋਈ ਹੈ ਇਲੈਕਸ਼ਨ ਕਮਿਸ਼ਨ ਦੇ ਵਿੱਚ ਵੀ ਉਹਨੇ 2 ਵਿਆਹ ਕਰਾਏ ਨੇ। ਜਦੋਂ ਇਹਨਾਂ ਦੇ ਆਪਣੇ ਢਿੱਡ ਖੂਨ ਨਾਲ ਭਰ ਜਾਣਗੇ। ਜਿਹੜੀ ਬੀਜੇਪੀ ਹੈ ਉਹਦੇ ਵਿੱਚ ਕਾਂਗਰਸੀਆਂ ਨੇ ਕਬਜ਼ਾ ਕਰ ਲਿਆ। ਚੇਨ ਆਫ ਆਫੀਸਰਸ ਕੰਮ ਕਰ ਰਹੀ ਹੈ, ਠੀਕ ਹੈ, ਜਿਹੜੇ ਪੰਜਾਬ ਤੋਂ ਗਏ ਹੋਏ ਆ, ਬੜੇ ਵੱਡੇ ਇੰਡੀਆ ਦੇ ਡੀਜੀਪੀ ਲੱਗੇ ਹੋਏ ਜਿਹੜੇ। ਕਮਲ ਪਾਰਟੀ ਦਾ ਨਿਸ਼ਾਨ ਹੈ, ਜ਼ਰੂਰਤ ਨਹੀਂ ਵੀ ਚਿੱਕੜ ਜੀ ਕਰਨਾ, ਕਿਤੇ ਸਾਫ਼ ਪਾਣੀ 'ਚ ਵੀ ਖਿਲ ਜਾਂਦੇ ਆ, ਹਮੇਸ਼ਾ ਚਿੱਕੜ 'ਚ ਨਹੀਂ ਖੜਦੇ ਕਮਲ, ਉਹਨਾਂ ਨੂੰ ਸਾਫ਼ ਪਾਣੀ ਦੀ ਪੰਜਾਬ ਤੱਕ ਘੱਟੋ ਘੱਟ ਲੋੜ। ਅੱਜ ਵੀ ਲੋਕੀ ਇਹ ਗੱਲ ਤੇ ਕੈਪਟਨ ਅਮਰਿੰਦਰ ਸਿੰਘ ਤੋਂ ਨਾਰਾਜ਼ ਹੈ ਕਿ ਜਿਹੜੀ ਉਹਨੇ ਗੁਟਕਾ ਸਾਹਿਬ ਦੀ ਕਸਮ ਖਾਧੀ ਸੀ ਉਹ ਲੋਕੀ ਭੁੱਲੇ ਨਹੀਂ ਹੈ। ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਾਈਮ ਦੇ ਵਿੱਚ ਕੀਤੀਆਂ ਨੇ ਕਰਤੂਤਾਂ ਕਹਿ ਲਈਏ ਜਾਂ ਜੋ ਨਿਕੰਮੇ ਕੰਮ ਕੀਤੇ ਨੇ, ਉਹ ਲੋਕਾਂ ਦੇ ਨਜ਼ਰਾਂ 'ਚੋਂ ਗਏ ਨਹੀਂ ਗਏ। ਕੋਈ ਆਪਣਾ ਘਰਾਂ ਦੇ ਵਿੱਚੋਂ ਬੱਚੇ ਗੈਂਗਸਟਰ ਬਣ ਕੇ ਪੈਦਾ ਨਹੀਂ ਹੁੰਦੇ। ਉਹ ਹਾਈ ਕੋਰਟਾਂ ਜਿਹੜੀਆਂ ਹੈਗੀਆਂ ਮਤਲਬ ਇੱਕ ਤਰ੍ਹਾਂ ਦੀ ਸੀਨੇ ਜੋਰੀ ਤੇ ਉਤਰੀਆਂ ਹੋਈਆਂ। ਤੁਸੀਂ ਡਰੱਗ ਦੇ ਮੁੱਦੇ ਤੇ ਲੜ ਰਹੇ ਹੋ, ਤੁਸੀਂ ਗੈਂਗਸਟਰ ਰਾਜ ਤੇ ਲੜ ਰਹੇ ਹੋ, ਤੁਸੀਂ ਕਰਪਸ਼ਨ ਦੇ ਮੁੱਦੇ ਤੇ ਲੜ ਰਹੇ ਹੋ, ਔਰ ਤੁਸੀਂ ਜੋ ਸਭ ਤੋਂ ਵੱਡਾ ਮੁੱਦਾ ਨਸ਼ੇ ਦਾ ਜਿਹੜੀਆਂ ਰਿਪੋਰਟਾਂ ਪਈਆਂ ਨੇ ਹਾਈ ਕੋਰਟ ਦੇ ਵਿੱਚ, ਔਰ ਤੁਸੀਂ ਜੱਜਾਂ ਨੂੰ ਬਿਲਕੁਲ ਸਿੱਧੇ ਤੌਰ ਤੇ ਜ਼ਿੰਮੇਵਾਰ ਠਹਿਰਾ ਰਹੇ ਹੋ। ਵਿਵੇਕ ਦੀ ਤਾਂ ਪਹਿਲਾਂ ਬਲੀ ਚੜਾ ਕੇ ਫਿਰ ਹੀ ਇਹਨਾਂ ਨੂੰ ਕੁਰਸੀਆਂ ਨਸੀਬ ਹੁੰਦੀਆਂ, ਤੇ ਵਿਵੇਕ ਦੀ ਤਾਂ ਗੱਲ ਰਹਿ ਗਈ। ਹਰਪ੍ਰੀਤ ਸਿੰਘ ਸਿੱਧੂ ਡੀਜੀਪੀ, ਉਹਨਾਂ ਦੀ ਰਿਪੋਰਟ ਹੈਗੀ ਹੈ, ਰਣਜੀਤ ਸਿੰਘ ਈਡੀ ਵਾਲੇ ਦੀ ਰਿਪੋਰਟ ਹੈਗੀ ਹੈ, ਉਹਨਾਂ ਨੂੰ ਕਿਉਂ ਨਹੀਂ ਖੋਲ੍ਹ ਰਹੇ? ਜੇ ਸੈਂਟਰ ਦੀ ਸਰਕਾਰ ਕੋਈ ਗਲਤੀ ਨਾਲ ਠੀਕ ਕੰਮ ਕਰ ਰਹੀ ਹੈ ਤੇ ਹੁਣ ਅਸੀਂ ਇਸ ਕਰਕੇ ਨਾ ਬੋਲੀਏ? ਆਮ ਆਦਮੀ ਪਾਰਟੀ ਇਹਨਾਂ ਨੇ ਜਿਹੜੇ ਪੋਲੀਟੀਸ਼ੀਅਨਾਂ ਦੇ ਖਿਲਾਫ ਸ਼ੁਰੂ ਕੀਤਾ ਹੋਇਆ, ਮੰਤਰੀ ਅੰਦਰ ਦਿੱਤੇ ਹੋਏ, ਚੰਗਾ ਕਹਿੰਦੇ ਅਸੀਂ? ਇਹਨਾਂ ਦੀ ਤਾਂ ਇੰਨੀ ਹਿੰਮਤ ਵੀ ਨਹੀਂ ਹੈਗੀ ਕਿਸੇ ਦੀ ਜ਼ਿੰਮੇਵਾਰੀ ਫਿਕਸ ਕਰਨ ਵੀ ਕਿਹੜੇ ਅਫਸਰ ਨੇ ਇਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਸੀ। ਉਹ ਹੁਣ ਉਦੋਂ ਬਾਅਦ ਜੋ ਚੁੱਪ ਹੋਏ ਆ, ਹੁਣ ਨਹੀਂ ਬੋਲਦੇ ਜਦੋਂ ਕਿੱਡੇ ਵੱਡੇ ਇਲਜ਼ਾਮ ਸਾਹਮਣੇ ਆਏ ਆ। ਤਾਂ ਇਹ ਲੁੱਟਣ ਖੋਣ ਪਏ ਹੈ ਉਹਨਾਂ ਨੂੰ, ਕਾਂਗਰਸੀਆਂ ਦੇ ਅਕਾਲੀਆਂ ਨੂੰ। ਨੈਸ਼ਨਲ ਬੱਸ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਕੱਲ ਇੱਕ ਸੈਮੀਨਾਰ ਆਰਗੇਨਾਈਜ਼ ਕੀਤਾ ਜਾ ਰਿਹਾ ਹੈ ਮੈਂ ਪੰਜਾਬੀ ਮੰਚ ਵੱਲੋਂ, ਔਰ ਉਸ ਨੂੰ ਲੀਡ ਕਰ ਰਹੇ ਨੇ ਮਿਸਟਰ ਬੈਂਸ, ਔਰ ਉਹਦੇ ਵਿੱਚ ਸੇਖੋਂ ਸਾਹਿਬ ਵੀ ਸ਼ਿਰਕਤ ਕਰਨ ਜਾ ਰਹੇ ਨੇ। ਉਹਨਾਂ ਨਾਲ ਗੱਲ ਕਰਦੇ ਹਾਂ ਵੀ ਮੈਂ ਪੰਜਾਬੀ ਮੰਚ ਦੇ ਵਿੱਚ ਕੀ ਮੁੱਦੇ ਚੱਕਣ ਜਾ ਰਹੇ ਨੇ ਇਹ, ਔਰ ਕੀ ਇਹਨਾਂ ਨੂੰ ਲੋੜ ਆਣ ਪਈ ਹੈ ਵੀ ਇਹੋ ਜਿਹਾ ਇੱਕ ਮੰਚ ਬਣਾਉਣ ਦੀ। ਸੇਖੋਂ ਸਾਹਿਬ, ਕੱਲ ਜਿਹੜਾ ਤੁਸੀਂ ਸੈਮੀਨਾਰ ਕਰਨ ਜਾ ਰਹੇ ਹੋ ਉਹਦੇ ਵਿੱਚ ਕੀ ਮੁੱਦੇ ਚੱਕਣ ਜਾ ਰਹੇ ਹੋ, ਔਰ ਇਹ ਮੰਚ ਬਣਾਉਣ ਦੀ ਕੀ ਲੋੜ ਆਣ ਪਈ ਹੈ? ਇਹ ਦੇਖੋ ਜੀ, ਇਹ ਜਿਹੜਾ ਉਪਰਾਲਾ ਹੈ ਸਰਦਾਰ ਰਾਜਵਿੰਦਰ ਸਿੰਘ ਬੈਂਸ ਜਿਹੜੇ ਹੈਗੇ, ਤੁਸੀਂ ਜਿਵੇਂ ਨਾਮ ਲਿਆ, ਜਸਟਿਸ ਅਜੀਤ ਸਿੰਘ ਦੇ ਬੇਟੇ ਨੇ, ਉਹਨਾਂ ਵੱਲੋਂ ਕੀਤਾ ਗਿਆ, ਅਤੇ ਸਾਨੂੰ ਵੀ ਉਹਨਾਂ ਨੇ ਸ਼ਾਇਦ ਇਸ ਯੋਗ ਸਮਝਿਆ ਕਿ ਇਹਦਾ ਹਿੱਸਾ ਬਣਾਈਏ। ਤਾਂ ਉਹਦੇ ਵਿੱਚ ਜਿੰਨੀ ਕਿ ਸਾਨੂੰ ਯੋਗ ਉਹਨਾਂ ਨੇ ਮਤਲਬ ਪਾਰਟੀਸਪੇਸ਼ਨ ਵਾਸਤੇ ਦਿੱਤਾ ਮੌਕਾ, ਤਾਂ ਅਸੀਂ ਆਪਣੀ ਕੋਸ਼ਿਸ਼ ਕਰ ਰਹੇ ਹਾਂ ਕਿ ਆਪਣੀ ਆਵਾਜ਼ ਲੋਕਾਂ ਤੱਕ ਲੈ ਕੇ ਜਾਈਏ, ਕਿਉਂਕਿ ਰਾਜਵਿੰਦਰ ਸਿੰਘ ਬੈਂਸ ਵੀ ਇੱਕ ਬੇਬਾਕ ਔਰ ਬੇਦਾਗ ਸ਼ਖਸੀਅਤ ਹੈ। ਫੈਮਿਲੀ ਲੈਗੇਸੀ ਉਹਨਾਂ ਦੀ ਹੈਗੀ, ਉਹਨਾਂ ਨੇ ਬਹੁਤ ਕੰਮ ਕੀਤਾ ਅਤੇ ਉਹਨਾਂ 'ਤੇ ਕੋਈ ਛਿੱਟਾ ਨਹੀਂ ਹੈਗਾ। ਸਭ ਤੋਂ ਵੱਡੀ ਪ੍ਰੋਬਲਮ ਹੈ ਇਸ ਟਾਈਮ ਪੰਜਾਬ ਦੇ ਵਿੱਚ ਸਾਫ਼ ਸੁਥਰੇ ਬੰਦਿਆਂ ਦੀ ਜਿਹੜੀ ਹੈਗੀ ਹੈ ਖੋਜ ਕਰਨੀ ਹੀ ਬਹੁਤ ਵੱਡੀ ਗੱਲ ਹੈ। ਤਾਂ ਉਹਦੇ ਵਿੱਚ ਮੇਨ ਜਿਹੜਾ ਹੈਗਾ, ਪਹਿਲਾਂ ਵੀ ਗੱਲ ਚੱਲੀ ਸੀ, ਪਿਛਲੇ 1.5-2 ਮਹੀਨੇ ਪਹਿਲਾਂ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਉਹਨਾਂ ਨੇ, ਮੈਂ ਵੀ ਉਹਦਾ ਪਾਰਟ ਸੀਗਾ, ਅਤੇ ਅਸੀਂ ਕੋਸ਼ਿਸ਼ ਕੀਤੀ ਸੀ ਹਾਈ ਕੋਰਟ ਦੇ ਕੁਛ ਜਿਹੜੇ ਫੈਸਲੇ ਸੀ ਉਹਨਾਂ ਦੇ ਜਿਹੜਾ ਕਿੰਤੂ ਕੀਤਾ ਗਿਆ ਸੀ ਵੀ ਆਹ ਚੀਜ਼ ਜਿਹੜੀ ਹੈਗੀ ਹੈ ਪੋਲੀਟੀਸ਼ੀਅਨਾਂ ਨੂੰ ਜ਼ਮਾਨਤਾਂ, ਖਾਸ ਤੌਰ 'ਤੇ ਬਿਕਰਮਜੀਤ ਮਜੀਠੀਆ ਦੀ ਜ਼ਮਾਨਤ ਦੇ ਆਲੇ ਦੁਆਲੇ ਉਹ ਸਾਰੀ ਪ੍ਰੈਸ ਕਾਨਫਰੰਸ ਘੁੰਮੀ ਸੀਗੀ ਕਿ ਉਹ ਕਿਉਂ ਦਿੱਤੀ ਗਈ, ਉਹ 'ਚ ਇੰਨਾ ਐਵੀਡੈਂਸ ਪਿਆ ਸੀ, ਇੰਨੇ ਸਬੂਤ ਪਏ ਸੀ ਕਿ ਹਾਈ ਕੋਰਟ ਦੀ ਮਜਬੂਰੀ ਹੋ ਗਈ ਸੀ ਕਿ ਇਹੋ ਜਿਹੇ ਕੇਸਾਂ ਵਿੱਚ ਇਹੋ ਜਿਹੇ ਦੋਸ਼ੀਆਂ ਨੂੰ ਜਿਹੜਾ ਜ਼ਮਾਨਤ ਦੇਣਾ ਜਿਹੜੇ ਕਿ ਪੂਰੀ ਦੀ ਪੂਰੀ ਜੈਨੋਸਾਈਡ, ਇੱਕ ਨਸਲਕੁਸ਼ੀ ਦੇ ਪੰਜਾਬ ਦੀ ਦੇ ਜ਼ਿੰਮੇਵਾਰ ਨੇ। ਤਾਂ ਉਸ ਤੋਂ ਬਾਅਦ ਵੀ ਮਤਲਬ ਜਿਸ ਤਰ੍ਹਾਂ ਦੇ ਮਾਹੌਲ ਹੈਗੇ ਆ, ਜਿਸ ਤਰ੍ਹਾਂ ਦੇ ਕੁਝ ਹੋਰ ਫੈਸਲੇ ਵੀ ਆਏ ਆ, ਤਾਂ ਹਾਈ ਕੋਰਟਾਂ ਜਿਹੜੀਆਂ ਹੈਗੀਆਂ ਮਤਲਬ ਇੱਕ ਤਰ੍ਹਾਂ ਦੀ ਸੀਨੇ ਜੋਰੀ 'ਤੇ ਉਤਰੀਆਂ ਹੋਈਆਂ। ਇੱਕ ਤਾਂ ਹੁੰਦਾ ਮਤਲਬ ਇੱਕ ਰਿਸਪੈਕਟ ਹੁੰਦੀ ਹੈ ਕਿਸੇ ਕੁਰਸੀ ਦੀ, ਕਿਸੇ ਸੰਸਥਾ ਦੀ, ਉਹ ਬਹੁਤ ਦੇਰ ਤੋਂ ਮਤਲਬ ਇਹਨਾਂ ਨੇ ਕਰਪਸ਼ਨ ਦੇ ਸਿਸਟਮ, ਮੇਨਲੀ ਤਾਂ ਕਰਪਸ਼ਨ ਹੀ ਹੁੰਦੀ ਨਾ, ਅਖੀਰ 'ਤੇ ਆ ਕੇ ਜੋ ਮਰਜ਼ੀ ਕਹੀ ਨਿਕਲਦਾ ਕੀ ਆ ਕੇ ਕਰਪਸ਼ਨ ਤੋਂ, ਜਿਹੜਾ ਮਤਲਬ ਕਰਪਸ਼ਨ 'ਤੇ ਢਾਂਚਾ ਖੜ੍ਹ ਗਿਆ। ਜੁਡੀਸ਼ਰੀ ਹੈ ਜਿਹੜੀ, ਇਹਨੂੰ ਵਿਵੇਕ ਦੀ ਵੀ ਇੱਕ ਪਾਵਰ ਦਿੱਤੀ ਗਈ ਹੈ ਵੀ ਤੁਸੀਂ ਆਪਣਾ ਵਿਵੇਕ ਦੇ ਇਸਤੇਮਾਲ ਕਰਕੇ ਕੁਛ ਇਹੋ ਜਿਹੇ ਫੈਸਲੇ ਕਰੋ। ਮੰਨ ਲਓ ਐਵੀਡੈਂਸ ਦੀ ਕਿਤੇ ਕਮੀ ਹੈ,
ਤੇ ਫਿਰ ਉੱਥੇ ਵਿਵੇਕ ਕੰਮ ਕਰ ਸਕਦਾ ਜੱਜ ਦਾ। ਪਰ ਉਹ ਵਿਵੇਕ, ਮੈਂ ਕਹਿੰਦਾ ਹੁੰਦਾ ਕਿ ਵਿਵੇਕ ਨੂੰ ਤਾਂ ਪਹਿਲਾਂ ਨਿਬੇੜ ਕੇ ਹੀ ਕੁਰਸੀਆਂ 'ਤੇ ਬੈਠਦੇ ਆ। ਵਿਵੇਕ ਦੀ ਤਾਂ ਪਹਿਲਾਂ ਬਲੀ ਚੜ੍ਹਾ ਕੇ ਫਿਰ ਹੀ ਇਹਨਾਂ ਨੂੰ ਕੁਰਸੀਆਂ ਨਸੀਬ ਹੁੰਦੀਆਂ, ਤੇ ਵਿਵੇਕ ਦੀ ਤਾਂ ਗੱਲ ਰਹਿ ਗਈ ਕਿ ਪਾਸੇ। ਪਰ ਹਾਂ, ਜਦੋਂ ਕਿਤੇ ਇਹਨਾਂ ਨੂੰ ਲੱਗਦਾ ਹੁੰਦਾ ਵੀ ਮਤਲਬ ਉਹੋ ਜਿਹੇ ਫੈਸਲੇ ਕਰਨੇ ਜਿਹੜੇ ਇਹਨਾਂ ਨੂੰ ਮਤਲਬ ਐਵੀਡੈਂਸ ਦੇ ਮੁਤਾਬਕ ਨਹੀਂ ਕਰ ਸਕਦੇ ਹੁੰਦੇ, ਉੱਥੇ ਫਿਰ ਵਿਵੇਕ ਨੂੰ ਵੀ ਵਾਪਸ ਲੈ ਆਉਂਦੇ ਕਦੇ ਟੈਂਪਰੇਰੀਲੀ। ਉਹੋ ਜਿਹੇ ਫੈਸਲੇ ਕਰਨੇ ਹੁਣ ਜਿਹੜੇ ਕਿ ਫਾਈਲ ਨਾਲ ਕੰਸਰਨ ਹੋਣ, ਜਿਵੇਂ ਕਿ ਮਜੀਠੀਏ ਦੇ ਕੇਸ ਵਿੱਚ ਸਬੂਤਾਂ ਨਾਲ ਭਰੀ ਹੋਈ ਫਾਈਲ ਸੀਗੀ, ਇਸ ਦੇ ਬਾਵਜੂਦ ਵਿੱਚ ਇਹ ਕਿਹਾ ਗਿਆ ਕਿ ਸਬੂਤਾਂ ਦੀ ਕਮੀ ਕਾਰਨ, ਤੇ ਇਸ ਕਰਕੇ ਉਹ ਪ੍ਰੈਸ ਕਾਨਫਰੰਸ ਕੀਤੀ ਸੀ। ਤਾਂ ਮੇਨਲੀ ਜਿਹੜਾ ਹੈਗਾ ਇਹਦਾ ਹੈਗਾ ਹਾਈ ਕੋਰਟ ਦੇ ਵਿੱਚ ਜਿਹੜੀਆਂ ਡਰੱਗ ਰਿਪੋਰਟਾਂ ਜਿਹੜੀਆਂ ਪਿਛਲੇ 5 ਸਾਲਾਂ ਤੋਂ, ਫਰਵਰੀ ਵਿੱਚ 5 ਸਾਲ ਹੋ ਜਾਣਗੇ ਮੋਂਗੀ ਸਾਹਿਬ, ਉਹ ਜਿਹੜੀਆਂ ਇੱਕ ਐਡਾ ਵੱਡਾ ਇੱਕ ਜੈਨੋਸਾਈਡ ਸਾਡਾ ਡਰੱਗ ਨਾਲ ਜਿਹੜਾ ਹੋਇਆ, ਤੇ ਉਹਦੇ ਦੋਸ਼ੀਆਂ ਦੀ ਜਿਹੜੀ ਪੂਰੀ ਦੀ ਪੂਰੀ ਰਿਪੋਰਟਾਂ ਜਿਹੜੀਆਂ ਸਰਦਾਰ ਚੱਟੋਪਾਧਿਆਏ ਦੀ ਰਿਪੋਰਟ ਹੈ, ਉਹਦੇ ਵਿੱਚ ਹਰਪ੍ਰੀਤ ਸਿੰਘ ਸਿੱਧੂ DGP ਉਹਨਾਂ ਦੀ ਰਿਪੋਰਟ ਹੈਗੀ ਹੈ, ਰਣਜੀਤ ਸਿੰਘ ਈਡੀ ਵਾਲੇ ਦੀ ਰਿਪੋਰਟ ਹੈਗੀ ਹੈ। ਉਹਨਾਂ ਨੂੰ ਕਿਉਂ ਨਹੀਂ ਖੋਲ੍ਹ ਰਹੇ? ਕਿਉਂ ਉਹਨਾਂ ਦੇ ਉੱਪਰ ਮਤਲਬ ਇਹ ਰਾਜਨੀਤੀ ਕਰ ਰਹੀ ਹੈ? ਮਤਲਬ ਕੰਮ ਦਾ ਇਹਨਾਂ ਦਾ ਨਿਆਂ ਦੇਣਾ ਤੇ ਕਰਦੇ ਇਹ ਰਾਜਨੀਤੀ, ਕਿਉਂਕਿ ਰਾਜਨੀਤੀ ਘਰਾਣਿਆਂ 'ਚੋਂ ਤਾਂ ਆਏ ਹੋਏ ਆ। ਪਹਿਲੀ ਗੱਲ ਤਾਂ ਇਹਨਾਂ ਦਾ ਇੱਕ ਆਪਣੀ ਲੀਗੇਸੀ ਹੈ ਕਿ ਜਿਹੜਾ ਇਹਨਾਂ ਦੇ ਕੋਲੀਜੀਅਮ ਸਿਸਟਮ ਹੈ, ਉਹਦੇ ਮਤਲਬ ਵਿੱਚ ਇਹ ਪਰਿਵਾਰਾਂ ਤੋਂ ਬਾਹਰ ਕਿਸੇ ਨੂੰ ਆਉਣ ਹੀ ਨਹੀਂ ਦਿੰਦੇ। ਔਰ ਕੁਛ ਬੁੱਧੀਜੀਵੀ ਨੇ, ਮੈਂ ਕੱਲ੍ਹ ਨਾਮ ਲਊਂਗਾ, ਜਿਹੜੇ ਕਿ ਇਹਨੂੰ ਇਸ ਗੱਲ ਦੀ ਤਕਲੀਫ ਹੈ ਕਿ ਜਿਹੜਾ ਇਹਨਾਂ ਦੇ ਖਿਲਾਫ ਹਾਈ ਕੋਰਟ ਦੇ ਤਾਂ ਨਾ ਬੋਲਿਆ ਜਾਵੇ, ਕਿਉਂਕਿ ਜਿਹੜੀ ਸੈਂਟਰ ਦੀ ਸਰਕਾਰ ਇਹਨਾਂ ਦੇ ਖਿਲਾਫ ਬੋਲ ਰਹੀ ਹੈ। ਜੇ ਸੈਂਟਰ ਦੀ ਸਰਕਾਰ ਕੋਈ ਗਲਤੀ ਨਾਲ ਠੀਕ ਕੰਮ ਕਰ ਰਹੀ ਹੈ, ਤੇ ਹੁਣ ਅਸੀਂ ਇਸ ਕਰਕੇ ਨਾ ਬੋਲੀਏ? ਜੇ ਇਹ ਕਰਪਟ ਨੇ ਤਾਂ ਸੈਂਟਰ ਸਰਕਾਰ ਤਾਂ ਹੀ ਬੋਲ ਰਹੀ ਹੈ, ਤੇ ਜੇ ਅਸੀਂ ਇਹਨਾਂ ਨੂੰ ਮਾੜਾ ਕਹਿ ਰਹੀਏ, ਇਹਦਾ ਮਤਲਬ ਇਹ ਥੋੜ੍ਹਾ ਕਿ ਅਸੀਂ ਸੈਂਟਰ ਸਰਕਾਰ ਦੀ ਜਿਹੜੀ ਹੈਗੀ ਹੈ ਸਪੋਰਟ ਕਰ ਰਹੇ ਹਾਂ। ਸੈਂਟਰ ਸਰਕਾਰ ਜੇ ਕੋਈ ਚੰਗੀ ਗੱਲ ਕਰੂਗੀ, ਚੰਗੀ ਗੱਲ ਤਾਂ ਅਸੀਂ ਇਹਨਾਂ ਦੀ ਜਿਹੜੀ ਹੈਗੀ ਆ ਆਮ ਆਦਮੀ ਪਾਰਟੀ, ਇਹਨਾਂ ਨੇ ਜਿਹੜੇ ਪੋਲੀਟੀਸ਼ੀਅਨਾਂ ਦੇ ਖਿਲਾਫ ਸ਼ੁਰੂ ਕੀਤਾ ਹੋਇਆ, ਮੰਤਰੀ ਅੰਦਰ ਦਿੱਤੇ ਹੋਏ, ਚੰਗਾ ਕਹਿੰਦੇ ਅਸੀਂ? ਚੰਗੀ ਨੂੰ ਚੰਗਾ ਕਿਵੇਂ ਨਾ ਕਿਹਾ ਜਾਊਗਾ? ਇਹ ਥੋੜ੍ਹਾ ਹੈਗਾ ਕਿ ਜੇ ਕਿਸੇ ਨੇ ਮਤਲਬ ਉਹ BJP ਕਹਿੰਦੀ ਵੀ ਜੱਜ ਜਿਹੜੇ ਹੈਗੇ ਗਲਤ ਕਰ ਰਹੇ ਆ, ਤੇ ਜੇ ਅਸੀਂ ਕਹਾਂਗੇ ਅਸੀਂ ਉਹਨਾਂ ਦੀ ਬੋਲੀ ਬੋਲਦੇ ਹਾਂ। ਇਸ ਤਰ੍ਹਾਂ ਦਾ ਬੁੱਧੀਜੀਵੀ ਸਾਡਾ ਬਣ ਗਿਆ। ਇੱਥੇ ਮੈਂ ਕੱਲ੍ਹ ਜ਼ਿਕਰ ਲੈ ਕੇ ਨਾਮ ਲੈ ਕੇ ਦੱਸੂੰਗਾ ਜਿਹਨਾਂ ਦੇ ਨਾਮ ਬੜੇ ਵੱਡੇ ਹੈ, ਪਰ ਸਿਰਾਂ 'ਚ ਕੂੜੇ ਭਰੇ ਹੋਏ ਆ, ਜਿਨ੍ਹਾਂ ਦੀ ਸੋਚ ਇਦੋਂ ਨਹੀਂ ਵੱਧ ਸਕਦੀ। ਜਿਹੜੇ ਕੋਈ ਤਾਂ ਕਹਿੰਦੇ ਅਸੀਂ ਹੁਣ ਕਾਂਗਰਸ ਜਿਹੜੀ ਹੈਗੀ ਦੁਬਾਰਾ ਪੈਦਾ ਕਰ ਲਈਏ, ਕੋਈ ਕਹਿੰਦੇ ਅਸੀਂ ਇਸ ਕਰਕੇ ਜੱਜਾਂ ਨੂੰ ਮਾੜਾ ਨਾ ਕਹੀਏ ਕਿਉਂਕਿ BJP ਕਹਿ ਰਹੀ ਹੈ। ਜੇ ਕੋਈ ਕਹਿਣਾ ਚਾਹ ਰਿਹਾ ਤਾਂ ਉਹਨੂੰ ਕਹਿਣਾ ਚਾਹੀਦਾ। ਜੇ ਹਾਲਾਤ ਮਾੜੇ ਆ, ਜੇ ਜੁਡੀਸ਼ਰੀ ਨੇ ਆਪਣਾ ਪੱਧਰ ਇੱਥੇ ਲੈ ਆਂਦਾ, ਤਾਂ ਸਾਡੇ ਵਰਗੇ ਲੋਕਾਂ ਨੂੰ ਬੋਲਣਾ ਪੈ ਰਿਹਾ, ਤਾਂ ਅਸੀਂ ਖੁੱਲ੍ਹ ਕੇ ਬੋਲਦੇ ਹਾਂ। ਕਿਉਂ ਇਹਨਾਂ ਦੀ ਹਿੰਮਤ ਨਹੀਂ ਹੋ ਰਹੀ? ਅਜੇ ਤੱਕ ਮੈਂ ਤਕਰੀਬਨ 6 ਮਹੀਨਿਆਂ ਤੋਂ ਬਾਈ ਨੇ ਨਾਮ ਲੈ ਕੇ ਜੱਜਾਂ ਦੇ ਬੋਲਦਾ, ਕਿਉਂ ਨਹੀਂ ਬੁਲਾ ਕੇ ਕੰਟੈਂਪਟ ਚੰਦ ਜੇਲ੍ਹ ਭੇਜਦੇ ਮੈਨੂੰ? ਇਹਦੇ ਕੋਲ ਤਾਂ ਬਹੁਤ ਵੱਡੀਆਂ ਪਾਵਰਾਂ ਹੈਗੀਆਂ, ਪਰ ਕਿਉਂਕਿ ਉਹ ਸੱਚ ਜਿਹੜੇ ਦੱਸੇ ਜਾਣਗੇ ਉਦੋਂ ਪ੍ਰੋਸੀਜਰ ਦੇ ਵਿੱਚ, ਇਹਨਾਂ ਨੂੰ ਸੁਣਨ ਦੀ ਹਿੰਮਤ ਨਹੀਂ ਹੈਗੀ ਕਿਸੇ ਦੀ। ਤਾਂ ਇਸ ਕਰਕੇ ਇਹਨਾਂ ਨੂੰ ਆਉਣ ਵਾਲੇ ਸਮੇਂ ਵਿੱਚ ਬਿਲਕੁਲ ਠੀਕ ਕਰਨ ਵਾਸਤੇ, ਇਹ ਪਬਲਿਕ ਸਰਵੈਂਟ ਨੇ ਯਾਦ ਕਰਾਉਣ ਵਾਸਤੇ, ਮੈਂ ਹਰ ਗੱਲ ਕਹਿੰਦਾ ਵੀ ਮਾਈ ਲਾਰਡ ਨਹੀਂ ਹੈਗੇ। ਮਾਈ ਲਾਰਡ ਇੱਥੇ ਕੋਈ ਜਿਹੜਾ ਹੈਗਾ ਫੈਡਰਲਿਜ਼ਮ ਦੀ ਉਹ ਸਿਸਟਮ ਨਹੀਂ ਹੈਗਾ ਕਿ ਇੱਥੇ ਰਾਜਾ ਸ਼ਾਹੀ ਚੱਲ ਰਹੀ ਹੈ ਤੇ ਇਹ ਮਾਈ ਲਾਰਡ ਨੇ। ਇਹ ਪਬਲਿਕ ਸਰਵੈਂਟ ਨੇ, ਪਬਲਿਕ ਦੇ ਨੌਕਰ ਨੇ। ਕੱਲ੍ਹ ਕਿਤੇ ਮੈਨੂੰ ਗੱਲ ਕਰਨ ਦਾ ਮੌਕਾ ਮਿਲਿਆ ਸੀ, ਉੱਥੇ ਇੱਕ ADC ਸੀ ਯੰਗ ਮੁੰਡਾ, ਬੜਾ ਮਤਲਬ ਜਿਵੇਂ ਇਹਨਾਂ ਦੇ ਸਿਰ ਦੇ ਵਿੱਚ ਪਹਿਲਾਂ ਹੀ ਉਹ ਫਤੂਰ ਭਰੇ ਹੁੰਦੇ ਆ। ਮੈਂ ਚੰਗੀ ਤਰ੍ਹਾਂ ਉਹਨੂੰ ਸਨੱਬ ਕਰਕੇ ਕੋਸ਼ਿਸ਼ ਕੀਤੀ ਸੀ ਦੱਸਣ ਦੀ ਵੀ ਯੂ ਆਰ ਸਰਵੈਂਟ, ਠੀਕ ਆ। ਆਪਣੇ ਮਾਲਕ ਨਾਲ ਗੱਲ ਕਰਨ ਦੀ ਅਕਲ ਸਿੱਖੋ, ਕਿਉਂਕਿ ਅਸੀਂ ਹੱਥ ਜੋੜ ਕੇ ਇਹਨਾਂ ਨੂੰ ਮਾਈ ਲਾਰਡ ਕਹਿ ਕੇ ਇਹਨਾਂ ਨੂੰ ਦਿਮਾਗ ਜਿਹੜੇ ਹੈਗੇ ਆ 7 ਅਸਮਾਨਾਂ 'ਤੇ ਚੜ੍ਹਾਏ ਹੋਏ ਆ, ਉਹ ਥੱਲੇ ਲੈ ਕੇ ਆਉਣ ਦੀ ਲੋੜ ਆ। ਉਹਦੇ ਵਾਸਤੇ ਪਬਲਿਕ ਦੇ ਜਾਗਣ ਦੀ ਲੋੜ ਹੈਗੀ ਹੈ। ਪਬਲਿਕ ਜਾਗ ਰਹੀ ਹੈ, ਪੂਰੀ ਕੋਸ਼ਿਸ਼ ਕਰ ਰਹੇ ਹਾਂ। ਜਿੰਨੀ ਦੇਰ ਤੱਕ ਮਤਲਬ ਇਹ ਚੀਜ਼ ਨਾ ਹੋਵੇ, ਜਿਹੜਾ ਉਪਰਾਲਾ ਕਰਨ ਜਾ ਰਹੇ ਬੈਂਸ ਸਾਹਿਬ, ਉਹ ਇੱਕ ਐਡਵੋਕੇਟ ਸੀਨੀਅਰ ਨੇ, ਤੇ ਜੇ ਉਹ ਵੀ ਇਸ ਗੱਲ ਨਾਲ ਸਹਿਮਤ ਨੇ, ਤੇ ਫਿਰ ਮਤਲਬ ਮੇਰੀ ਗੱਲ ਜਿਹੜੀ ਹੈਗੀ ਹੈ, ਮੈਂ ਕਹਿੰਦਾ ਕਿ ਅਸੀਂ ਇਹਦੇ 'ਚ ਕੋਈ ਗੱਲ ਹੈਗੀ ਹੈ ਤਾਂ ਅਸੀਂ ਇਸ ਵਾਲੇ ਪਾਸੇ ਤੁਰੇ ਹੋਏ ਹਾਂ। ਜਿਸ ਤਰ੍ਹਾਂ ਦੇ ਨਕਾਰੇ ਹੋਏ ਪੋਲੀਟੀਸ਼ਨ ਕਾਨੂੰਨ ਦਾ ਆਸਰਾ ਲੈ ਕੇ ਜੇਲ੍ਹਾਂ 'ਚੋਂ ਬਾਹਰ ਆਉਂਦੇ ਆ, ਉਹ ਜਿਹੜਾ ਹੈਗਾ ਬਿਲਕੁਲ ਨਿੰਦਣਯੋਗ ਹੈ। ਅਸੀਂ ਇਹਨਾਂ ਨੂੰ ਇਹ ਵੀ ਚੀਜ਼ਾਂ ਨਹੀਂ ਕਰਨ ਦੇਵਾਂਗੇ। ਅਸੀਂ ਮਾਲਕ ਹੈ, ਅਸੀਂ ਇਹਨਾਂ ਨੂੰ ਦੱਸਾਂਗੇ ਕਿ ਮਾਲਕ ਜਿਹੜਾ ਜੋ ਚੀਜ਼ ਮਾਲਕ ਨੂੰ ਚਾਹੀਦੀ ਹੈ, ਮਾਲਕ ਦੇ ਨਕਾਰੇ ਹੋਏ ਜਿਹੜੇ ਪੋਲੀਟੀਸ਼ਨ ਹੈ, ਉਹਨਾਂ ਨੂੰ ਇਹ ਜੇ ਬਾਹਰ ਛੱਡਣਗੇ ਜ਼ਮਾਨਤਾਂ ਦੇ ਕੇ, ਉਹਦਾ ਭਾਰੀ ਵਿਰੋਧ ਕਰਾਂਗੇ ਜੀ। ਸਿੱਖੋ ਸਾਹਿਬ, ਤੁਸੀਂ ਗੱਲ ਕੀਤੀ ਕਿ ਵਿਕਰਮ ਮਜੀਠੀਆ ਵਾਲੇ ਕੇਸ ਦੀ, ਤੁਸੀਂ ਆਪ ਪੁਲਿਸ 'ਚ ਰਹੇ ਹੋ ਔਰ ਮੈਂ ਵੀ ਕਾਫੀ ਪੁਲਿਸ ਨੂੰ ਕਵਰ ਕੀਤਾ, ਪਰ ਮੈਂ ਪਹਿਲੀ ਵਾਰੀ ਵੇਖਿਆ ਕਿ ਜਿਹੜਾ ਹਾਈ ਕੋਰਟ ਦੇ ਵਿੱਚ ਇੰਟੈਰੋਗੇਸ਼ਨ 1 ਘੰਟੇ ਦੀ ਕਰਕੇ ਤੇ ਵਾਪਸ ਇੰਟੈਰੋਗੇਸ਼ਨ ਦੀ ਰਿਪੋਰਟ ਦਿੱਤੀ ਗਈ ਹੈ। ਕਿਆ ਤੁਹਾਡੇ ਕਦੀ ਇਹੋ ਜਿਹਾ ਹੋਇਆ ਵੀ ਤੁਸੀਂ ਮੁਲਜ਼ਮ ਨੂੰ ਲੈ ਕੇ ਗਏ ਔਰ 1 ਘੰਟਾ ਉਹਦੀ ਇੰਟੈਰੋਗੇਸ਼ਨ ਕੀਤੀ ਔਰ ਵਾਪਸ ਦੇ ਦਿੱਤਾ? ਇਸ ਤੋਂ ਤੁਹਾਨੂੰ ਕੀ ਲੱਗਦਾ? ਇਹ ਜਿਹੜਾ DGP ਉਹਦਾ ਭਾਵਰਾ ਸੀਗਾ, ਉਹਦੇ 'ਤੇ ਇਲਜ਼ਾਮ ਲੱਗਦਾ ਕਿ 100 ਕਰੋੜ ਰੁਪਇਆ ਲਿਆ ਸੀ ਉਹਨੇ। ਹੋ ਸਕਦਾ ਜ਼ਿਆਦਾ ਹੁਣ, ਘੱਟ ਹੋਣੇ ਬਾਰੇ ਪਤਾ ਨਹੀਂ, ਕਿਉਂਕਿ ਹੋਰ ਕੋਈ ਹਿੰਮਤ ਨਹੀਂ ਗੱਲ ਕਰਦਾ ਇਸ ਗੱਲ ਕਰਨ ਦੀ, ਤੇ ਮੈਂ ਗੱਲ ਕਹਿ ਦਿੰਦਾ ਹੁੰਦਾ। ਤੇ ਉਹਦੇ 'ਚ ਭਾਵੇਂ ਫਿਰ ਜੋ ਮਰਜ਼ੀ ਇਹਨਾਂ ਤੋਂ ਕਰਾ ਲਓ, ਜਦੋਂ ਤੁਸੀਂ ਧੰਦਾ ਹੀ ਕਰ ਲਿਆ, ਫਿਰ ਧੰਦੇ ਵਿੱਚ ਜੋ ਮਰਜ਼ੀ, ਇਹ ਬਿਲਕੁਲ ਨਵੀਂ ਗੱਲ ਹੈ, ਇਸ ਤਰ੍ਹਾਂ ਕਦੇ ਹੁੰਦਾ ਹੀ ਨਹੀਂ ਹੈਗਾ। ਉਸ ਦਾ ਧਾਰੋਮਦਾਰ ਹੀ ਸਾਰਾ ਅਸੀਂ ਜਿਹੜੀ ਪਿਛਲੀ ਪ੍ਰੈਸ ਕਾਨਫਰੰਸ ਸੀ, ਅਸੀਂ ਜੋ ਉਹਨਾਂ ਦੀ ਜਿਹੜੀ ਹਰਪ੍ਰੀਤ ਸਿੰਘ ਸਿੱਧੂ ਖਾਨ ਦੀ ਚਿੱਠੀ ਨੂੰ ਲੈ ਕੇ ਕੀਤੀ ਸੀ, ਉਹਨੇ ਕਿੰਤੂ ਕੀਤਾ ਸਾਰੀ ਇਸ ਗੱਲ ਤੇ ਵੀ ਇਹਨਾਂ ਦਾ ਰਿਮਾਂਡ ਕਿਉਂ ਨਹੀਂ ਲਿਆ ਗਿਆ। ਸਾਡੀ ਤਾਂ ਸਾਰੀ ਲੜਾਈ ਇਸ ਗੱਲ ਦੀ ਸੀ ਵੀ ਕਸਟੋਡੀਅਲ ਇੰਟੈਰੋਗੇਸ਼ਨ ਦੀ ਲੋੜ ਹੈ। ਤੇ ਉਹ ਜਿਹੜਾ ਭਾਵਰਾ ਸਾਹਿਬ ਇੱਥੇ DGP ਲੱਗਿਆ ਸੀਗਾ, ਉਹਨੇ ਕੀਤਾ ਸੌਦਾ, ਤੇ ਸਾਰੀ ਪੁਲਿਸ ਦਾ ਮੂੰਹ ਕਰ ਦਿੱਤਾ ਬੰਦ। ਤੇ ਉਹ ਜਿਹੜੀ ਸੈੱਟ ਸੋਟਾ ਉਹਨਾਂ ਨੂੰ ਕਿਹਨੇ ਪੁੱਛਣਾ ਸੀਗਾ, ਤੇ ਉਹਨਾਂ ਦੇ ਰਿਮਾਂਡ ਹੀ ਨਹੀਂ ਮੰਗਿਆ ਗਿਆ। ਤੇ ਇਹ ਬਹੁਤ ਵੱਡੀ ਮਤਲਬ ਇਹ ਅਣਗਹਿਲੀ ਔਰ ਕਰਪਸ਼ਨ ਦਾ ਪਾਰਟ, ਪੁਲਿਸ ਦੇ ਪਾਰਟ ਦੇ ਜਿਹੜਾ ਹੈਗਾ, ਉਹਦੇ 'ਤੇ ਜਿਹੜੀ ਉਂਗਲ ਹੈਗੀ ਪਹਿਲਾਂ ਹੀ ਹਰਪ੍ਰੀਤ ਸਿੰਘ ਸਿੱਧੂ ਉਠਾ ਚੁੱਕੇ ਹੈ। ਕੋਈ ਨਹੀਂ ਕਿ ਮੈਂ ਗੱਲ ਕਰੂੰਗਾ, ਪਹਿਲਾਂ ਇਹ ਹੋਇਆ। ਬਿਲਕੁਲ ਤੁਸੀਂ ਜੋ ਕਹਿ ਰਹੇ ਹੋ ਬਿਲਕੁਲ ਠੀਕ ਹੈ। ਦੂਸਰਾ, ਜੋ ਅੱਜ ਪੰਜਾਬ ਦੇ ਹਾਲਾਤ ਨੇ,
ਆਮ ਆਦਮੀ ਪਾਰਟੀ ਇੱਕ ਨਾਰਾ ਦੇ ਰਹੀ ਹੈ 7 ਮਹੀਨੇ 70 ਸਾਲ। ਕਿਆ ਤੁਸੀਂ 70 ਸਾਲ ਦੇ ਵਿੱਚ ਤੁਸੀਂ ਇੰਨੀ ਦੇਰ ਪੁਲਿਸ 'ਚ ਰਹੇ ਹੋ ਕਿ 70 ਸਾਲਾਂ ਦੇ ਵਿੱਚ ਕਦੀ ਇੰਨੀ ਗੈਂਗਸਟਰ ਰਾਜ ਪੰਜਾਬ ਦੇ ਵਿੱਚ ਵਧਿਆ ਵੇਖਿਆ ਤੁਸੀਂ? ਨਹੀਂ ਜੀ, ਹੁਣ ਤਾਂ 9 ਮਹੀਨੇ ਹੋ ਗਏ, ਤਾਂ 2 ਮਹੀਨੇ ਪੁਰਾਣੀ ਗੱਲ ਤੁਸੀਂ ਕਰ ਰਹੇ ਹੋ। ਹੁਣ ਤਾਂ 9 ਮਹੀਨੇ ਦੀ ਸਰਕਾਰ ਹੋ ਗਈ ਹੈ। ਮੈਂ ਇਸ ਕਰਕੇ ਕਰ ਰਿਹਾ ਸੇਖੋ ਸਾਹਿਬ ਕਿਉਂਕਿ ਇਹਨਾਂ ਨੇ ਗੁਜਰਾਤ ਦੇ ਵਿੱਚ ਨਾਰਾ ਇਹੀ ਦਿੱਤਾ ਹੈ ਵੀ 7 ਮਹੀਨੇ 70 ਸਾਲ, ਜਦ ਕਿ ਮੈਨੂੰ ਲੱਗਦਾ ਵੀ ਇਹਨਾਂ ਦੀ ਕੈਲਕੂਲੇਸ਼ਨ ਥੋੜੀ ਜੀ ਗਲਤ ਹੈ ਕਿਉਂਕਿ ਜੇ ਅਸੀਂ ਦੇਸ਼ ਆਜ਼ਾਦ ਹੋਏ ਦੀ ਕੈਲਕੂਲੇਸ਼ਨ ਕਰੀਏ ਤਾਂ 75 ਸਾਲ ਹੋ ਗਏ ਨੇ ਤੇ ਜਦੋਂ ਇਹ ਬਣਿਆ ਪੰਜਾਬ ਉਹਨੂੰ ਹਲੇ 50 ਸਾਲ ਵੀ ਨਹੀਂ ਹੋਏ, ਤਾਂ ਇਸ ਕਰਕੇ ਕਿਸੇ ਪਾਸੇ ਵੀ ਇਹ ਖੜਦੇ ਨਹੀਂ ਗਏ। ਚਲੋ ਆਪਾਂ ਇਹਨਾਂ ਦੀ ਕੈਲਕੂਲੇਸ਼ਨ ਦੇ ਮੁਤਾਬਕ 20 ਗੱਲ ਕਰ ਲੈਂਦੇ ਆ ਤਾਂ ਉਹ ਵੀ ਬਿਲਕੁਲ ਠੀਕ ਕਹਿ ਰਹੇ ਹੈ। ਤੁਹਾਨੂੰ ਹੈਰਾਨੀ ਹੋਊਗੀ ਗੱਲ ਸੁਣ ਕੇ, ਮੈਂ ਬਿਲਕੁਲ ਇੰਡੋਰਸ ਕਰਨਾ ਕਿ ਕਮਾਲ ਦਾ ਸੱਚ ਬੋਲ ਰਹੇ ਹੈ। ਪਰ ਹੈ ਦੂਸਰੇ ਪਾਸਿਓਂ ਕਿ ਇਹਨਾਂ ਨੇ ਮਤਲਬ ਜਿਹੜਾ ਹਰ ਤਰ੍ਹਾਂ ਦਾ ਕਰਪਸ਼ਨ ਸੀਗੀ ਉਹਨੇ ਗੁਣਾ ਵਧਾ ਦਿੱਤੀ। ਹਰ ਤਰ੍ਹਾਂ ਦੀ ਜਿਹੜੀ ਐਸੈਂਸ਼ੀਅਲ ਕਮੋਡਿਟੀਜ਼ ਜਿਹੜੀਆਂ ਲੋਕਾਂ ਨੂੰ ਆਮ ਲੋੜ ਹੈ ਉਹ ਜਿਹੜੀਆਂ ਹੈਗੀਆਂ ਕਿਤੇ ਲੱਭਦੀਆਂ ਨਹੀਂ। ਬਾਕੀ ਤਾਂ ਛੱਡੋ, ਰੇਤਾ ਹੀ ਨਹੀਂ ਲੱਭਦਾ, ਬਾਕੀ ਦੀਆਂ ਗੱਲਾਂ ਛੱਡ ਦਿਓ ਕਿ ਰੇਤਾ ਹੀ ਕਿੰਨੇ ਗੁਣਾ ਵੱਡਾ ਹੋ ਗਿਆ ਤੇ ਮਹਿੰਗਾ ਹੋ ਗਿਆ ਤੇ ਨਾਲੇ ਲੱਭ ਨਹੀਂ ਰਿਹਾ। ਤਾਂ ਇਹਨਾਂ ਨੇ ਜਿਹੜੀ ਕਰਪਸ਼ਨ ਦੇ ਜਿਹੜੇ ਰਿਕਾਰਡ ਹੈ ਤੋੜਨ ਤੇ ਲੱਗੇ ਹੋਏ ਹੈ। ਹਰ ਪੱਖ ਤੋਂ ਕੋਈ ਨਾਮ ਲੈ ਲਓ ਜਿਹੜੇ ਪਾਸਿਓਂ ਵੀ ਬਿਲਕੁਲ ਜਿਹੜਾ ਹੈਗਾ ਉਹ ਚੰਗਾ ਕਰਨ ਵਾਸਤੇ ਸਾਬਤ ਜਿਹੜਾ ਕੋਸ਼ਿਸ਼ ਕਰ ਰਹੇ। ਜਿਵੇਂ ਕਿ ਇੱਕ ਇੰਟੈਲੈਕਚੁਅਲ ਦਾ ਮੈਂ ਗੱਲ ਕੀਤੀ ਸੀ, ਉਹ ਕਹਿੰਦੇ ਸੀ ਵੀ ਕਾਂਗਰਸ ਚੰਗੀ ਹੈ ਕਿਉਂਕਿ ਬੀਜੇਪੀ ਬਹੁਤ ਮਾੜੀ ਹੈ। ਤੇ ਜਦੋਂ ਬੀਜੇਪੀ ਕਾਂਗਰਸ ਜਦੋਂ 10 ਸਾਲ ਦਾ ਰਾਜ ਸੀਗਾ ਉਹਦੇ ਚੀਕਾਂ ਮਾਰਦੇ ਸੀ ਵੀ ਕਾਂਗਰਸ ਲਾਓ ਤੇ ਬੀਜੇਪੀ ਲੈ ਕੇ ਆਓ। ਤਾਂ ਸੋ ਇਹ ਉਹ ਹੈਗੀ ਹੈ ਕਿ ਇਹ ਅਕਾਲੀਆਂ ਤੇ ਕਾਂਗਰਸੀਆਂ ਨੂੰ ਚੰਗਾ ਸਾਬਤ ਕਰਨ ਤੇ ਲੱਗੇ ਹੋਏ ਹੈ ਕਿਉਂਕਿ ਧੰਦਾ ਇਕੱਠਾ ਹੀ ਹੈ। ਪਿਛਲੇ 5 ਸਾਲ ਜਦੋਂ ਆਪੋਜੀਸ਼ਨ 'ਚ ਰਹੇ ਹੈ ਸਾਰਾ ਕੁਝ ਇਹਨਾਂ ਦੇ ਸਾਹਮਣੇ ਹੋਇਆ। ਕੋਈ ਮੁੱਦਾ ਇਹਨਾਂ ਨੇ ਕਦੇ ਚੱਕਿਆ ਸੀ? ਕਿਸੇ ਚੱਕੇ ਹੋਏ ਮੁੱਦੇ ਨੂੰ ਕਿਸੇ ਸਿਰੇ ਤੇ ਲੈ ਕੇ ਗਏ ਸੀ? ਇਹ ਧੰਦਾ ਹੀ ਮੁੱਦੇ ਚੱਕਣ ਦਾ ਕਰਦੇ ਆ। ਉਸ ਤੋਂ ਬਾਅਦ ਜਿਹੜਾ ਹੈਗਾ ਰਲ ਮਿਲ ਕੇ ਖਾਂਦੇ ਆ। ਪੰਜਾਬ ਦੇ ਲੋਕ ਜਿਹੜੇ ਹੈਗੇ ਖਾਧੇ ਜਾ ਚੁੱਕੇ ਆ। ਪੰਜਾਬ ਦੇ ਲੋਕਾਂ ਦੇ ਹੱਡਾਂ ਮਾਸ ਦੇ ਵਿੱਚ ਨਾ ਮਾਸ ਹੈ ਨਾ ਖੂਨ ਹੈ ਇਹਨਾਂ ਦੇ ਪੀਣ ਵਾਸਤੇ। ਇਸ ਕਰਕੇ ਜਿਹੜਾ ਹੈਗਾ ਹੁਣ ਲੋਕਾਂ ਨੂੰ ਜਾਗਣ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ ਹੈਗਾ। ਔਰ ਨੌਕਰਾਂ ਨੂੰ ਤੇ ਜਿਹੜਾ ਹੈਗਾ ਮਾਲਕਾਂ ਨੂੰ ਡਿਫਰੈਂਸ ਦਾ ਪਤਾ ਲੱਗੂਗਾ। ਅਸਲ ਮਾਲਕ ਕੌਣ ਹੈ ਇਹ ਤਾਂ ਵੋਟ ਜਦੋਂ ਮੰਗਣ ਆਉਂਦੇ ਉਦੋਂ ਵੇਖਣ ਵਾਲੇ ਹੁੰਦੇ ਤੇ ਉਦੋਂ ਬਾਅਦ ਵੇਖਣ ਵਾਲੇ ਹੁੰਦੇ। ਸੋ ਲੋਕ ਜਾਗ ਰਹੇ ਹੈ ਜੀ। ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਇਹ ਜਿਹੜਾ ਨੌਕਰ ਮਾਲਕ ਦਾ ਪਾੜਾ ਵੀ ਦੂਰ ਹੋਊਗਾ ਤੇ ਅਸਲੀਅਤ ਵੀ ਲੋਕਾਂ ਨੂੰ ਪਤਾ ਲੱਗੂਗੀ ਕਿ ਮਾਲਕ ਅਸਲ ਵਿੱਚ ਕੌਣ ਹੈ। ਨਾ ਤਾਂ ਇਹ ਪੋਲੀਟੀਸ਼ੀਅਨ ਤੁਹਾਡਾ ਮਾਲਕ ਹੈ, ਨਾ ਬਿਊਰੋਕਰੇਟ ਤੁਹਾਡਾ ਮਾਲਕ ਹੈ, ਨਾ ਤੁਹਾਡਾ ਜੋ ਹਾਈ ਕੋਰਟ 'ਚ ਬੈਠਾ ਜੱਜ ਤੁਹਾਡਾ ਮਾਲਕ ਹੈ। ਤੁਹਾਡੇ ਗੁਲਾਮ ਨੇ, ਤੁਹਾਡੇ ਨੌਕਰ ਨੇ। ਇਹਨਾਂ ਨੂੰ ਸਿਖਾਵਾਂਗੇ ਨੌਕਰੀ ਕਿਵੇਂ ਕਰਨੀ। ਦੂਸਰਾ ਮੁੱਦਾ ਇਹ ਹੈ ਕਿ ਜਿਸ ਤਰੀਕੇ ਆਮ ਆਦਮੀ ਪਾਰਟੀ ਆਈ ਸੀ ਔਰ ਬੜਾ ਇਹਨਾਂ ਨੇ ਨਾਰਾ ਦਿੱਤਾ ਸੀ ਜੀ ਅਸੀਂ ਬੜੀ ਸਾਫ਼ ਸੁਥਰੀ ਰਾਜਨੀਤੀ ਕਰਾਂਗੇ, ਇਹ ਕਰਾਂਗੇ। ਇਹਨਾਂ ਦੇ ਜਿਸ ਤਰ੍ਹਾਂ ਤੁਸੀਂ ਕਿਹਾ ਵੀ 9 ਮਹੀਨੇ ਹੋ ਗਏ, 9 ਮਹੀਨੇ 'ਚ ਇੱਕ ਮੰਤਰੀ ਕਰਪਸ਼ਨ 'ਚ ਅੰਦਰ ਜਾ ਚੁੱਕਾ ਹੈ, ਇੱਕ ਇਹਨਾਂ ਦਾ ਐਮਐਲਏ ਪੀਓ ਹੋ ਗਿਆ, ਦੂਜਾ ਐਮਐਲਏ ਜਿਹੜਾ ਹੈਗਾ ਉਹਦੇ ਖਿਲਾਫ ਹੁਣੀ ਸ਼ਿਕਾਇਤ ਹੋਈ ਹੈ ਇਲੈਕਸ਼ਨ ਕਮਿਸ਼ਨ ਦੇ ਵਿੱਚ ਵੀ ਉਹਨੇ 2 ਵਿਆਹ ਕਰਾਏ ਨੇ। ਤੇ ਇਹਨਾਂ ਦੇ ਐਮਐਲਏ ਤਾਂ ਰੋਜ਼ ਕਿਸੇ ਨਾ ਕਿਸੇ ਕਾਂਡ 'ਚ ਫਸ ਰਹੇ ਨੇ ਔਰ ਰੋਜ਼ ਕਿਸੇ ਨਾ ਕਿਸੇ ਇਹਨਾਂ ਦੇ ਖੁਲਾਸੇ ਹੋ ਰਹੇ ਨੇ। ਤੇ ਤੁਹਾਨੂੰ ਇਹਨਾਂ ਆਮ ਆਦਮੀ ਪਾਰਟੀ ਕੋਲੋਂ ਕੋਈ ਉਮੀਦ ਲੱਗਦੀ ਹੈ? ਤੁਸੀਂ ਫੌਜਾ ਸਿੰਘ ਸਰਾੜੀ ਨੂੰ ਭੁੱਲ ਗਏ। ਇੱਕ ਤੇ ਮੈਂ ਇੱਕ ਹੋਰ ਦੱਸਾਂ ਕਿ ਜਿਸ ਸੀਐਮ ਨੂੰ ਇੰਨੀ ਜਾਣਕਾਰੀ ਦੇਣ ਵਾਸਤੇ ਵੀ ਕੋਈ ਉਦੋਂ ਬਾਅਦ ਪੁੱਛਗਿੱਛ ਨਾ ਕਰੇ ਕਿ ਉਹਨੇ ਕਿਹਾ ਵੀ ਗੋਲਡੀ ਬਰਾੜ ਫੜ ਲਿਆ ਤੇ ਉਹਦੀ ਅਫੀਸ਼ੀਅਲ ਜਿਹੜੀ ਹੈਗੀ ਜਾਣਕਾਰੀ ਵੀ ਪ੍ਰੈਸ ਕਾਨਫਰੰਸ ਦੇ ਦਿੱਤੀ ਤੇ ਉਸ ਤੋਂ ਬਾਅਦ ਉਹ ਗੱਲ ਉਹ ਨਿਕਲੀ ਨਹੀਂ ਹੈਗੀ। ਤੇ ਇਹਨਾਂ ਦੀ ਤਾਂ ਇੰਨੀ ਹਿੰਮਤ ਵੀ ਨਹੀਂ ਹੈਗੀ ਕਿਸੇ ਦੀ ਜ਼ਿੰਮੇਵਾਰੀ ਫਿਕਸ ਕਰਨ ਵੀ ਕਿਹੜੇ ਅਫਸਰ ਨੇ ਇਹਨਾਂ ਨੂੰ ਇਨਫੋਰਮੇਸ਼ਨ ਦਿੱਤੀ ਸੀ ਉਹ ਤੇ ਜਿਹਦੀ ਮਤਲਬ ਕੱਲ੍ਹ ਨੂੰ ਕੋਈ ਜ਼ਿੰਮੇਵਾਰੀ ਫਿਕਸ ਕਰਕੇ ਆ ਕਰੀਏ। ਹਾਲਾਂਕਿ ਬੜੀ ਫੁਰਤੀ ਵਿਖਾ ਕੇ ਇਹਨਾਂ ਨੇ ਜਿਹੜਾ ਲੈਟਰ ਲਿਖਿਆ ਸੀ ਚੰਡੀਗੜ੍ਹ ਐਡਮਿਨਿਸਟ੍ਰੇਸ਼ਨ ਨੂੰ ਤੇ ਉਹ ਪਹਿਲਾਂ ਪੀੜੀ ਥੱਲੇ ਸੋਟਾ ਮਾਰਤਾ ਲੈਂਦੇ, ਪਹਿਲਾਂ ਚੈੱਕ ਤਾਂ ਕਰ ਲੈਂਦੇ ਸਾਡੇ 'ਚ ਨੁਕਸ ਕਿੱਥੇ ਹੈਗਾ। ਹੁਣ ਉਦੋਂ ਬਾਅਦ ਜਦੋਂ ਚੁੱਪ ਹੋਏ ਆ ਹੁਣ ਨਹੀਂ ਬੋਲਦੇ ਜਦੋਂ ਕਿੱਡੇ ਵੱਡੇ ਇਲਜ਼ਾਮ ਸਾਹਮਣੇ ਆਏ ਆ। ਤੇ ਹੁਣ ਉਹ ਕਿਉਂਕਿ ਅਫਸਰਾਂ ਦਾ ਰਾਜ ਹੈ, ਪੋਲੀਟੀਸ਼ੀਅਨ ਤਾਂ ਹੈ ਹੀ ਨਹੀਂਗਾ। ਪਹਿਲੀ ਗੱਲ ਤਾਂ ਪੋਲੀਟੀਸ਼ੀਅਨ ਜਿਹੜੇ ਪਿਛਲੇ ਹੈਗੇ ਸੀ ਉਹ ਸ਼ਰੂਡ ਸੀ ਇਹਨਾਂ ਨਾਲੋਂ। ਹਾਲਾਂਕਿ ਉਦੋਂ ਵੱਡੇ ਡਾਕੂ ਸੀਗੇ, ਉਹਨਾਂ ਨੇ ਬਹੁਤ ਜ਼ਿਆਦਾ ਲੁੱਟਿਆ। ਇਹਨਾਂ ਦੀ ਬੇਅਕਲੀ ਜਿਹੜੀ ਹੈਗੀ ਹੈ ਇਹਨਾਂ ਦਾ ਹੋਰ ਜਿਹੜਾ ਜਲੂਸ ਕਢਾ ਰਹੀ ਹੈ। ਪਰ ਪੰਜਾਬ ਥੋੜ੍ਹਾ ਰਿਲੀਫ ਹੈਗਾ ਇਹਨਾਂ ਦੇ ਵਿੱਚ ਕਿਉਂਕਿ ਇੱਕ ਤਾਂ ਇਹ ਲੁੱਟਣ ਖੋਣ ਪਏ ਹੈ ਉਹਨਾਂ ਨੂੰ ਕਾਂਗਰਸੀਆਂ ਦੇ ਅਕਾਲੀਆਂ ਨੂੰ। ਪੰਜਾਬ ਦੇ ਲੋਕਾਂ ਦੇ ਹੱਡਾਂ 'ਚ ਤਾਂ ਖੂਨ ਹੈ ਹੀ ਨਹੀਂ, ਪਹਿਲਾਂ ਹੀ ਕਿਹਾ ਤੁਹਾਨੂੰ ਮੈਂ। ਤੇ ਇਹ ਲੁੱਟਮਾਰ ਜਿਹੜੀ ਇਹਨਾਂ ਨੇ ਇਹ ਕੀਤੀ ਹੋਈ ਹੈ ਪੰਜਾਬ ਦੇ ਲੋਕਾਂ ਨੂੰ ਸੂਟ ਕਰਦੀ ਹੈ। ਅਸੀਂ ਚਾਹੁੰਦੇ ਹਾਂ ਕਿ ਆਉਣ ਵਾਲੇ 6 ਮਹੀਨੇ ਸਾਲ ਇਹ ਪਹਿਲਾਂ ਨਿਚੋੜ ਲੈਣ ਉਹਨਾਂ ਨੂੰ ਜਿਹੜੇ ਪੁਰਾਣੇ ਜਿਹੜੇ ਡਾਕੂ ਹੈਗੇ ਆ ਤੇ ਉਦੋਂ ਫਿਰ ਜਦੋਂ ਇਹਨਾਂ ਦੇ ਆਪਣੇ ਢਿੱਡ ਖੂਨ ਨਾਲ ਭਰ ਜਾਣਗੇ ਤੇ ਉਦੋਂ ਹਿਸਾਬ ਜਿਹੜਾ ਹੈਗਾ ਉਹ ਤਾਂ ਵੋਟਾਂ ਤਾਂ ਆਈਆਂ ਲੈਂਦੀਆਂ 24 ਦੀਆਂ ਆ ਗਈਆਂ, 27 ਦੀਆਂ ਆ ਗਈਆਂ ਤੇ ਲੋਕ ਜਾਗੇ ਹੋਏ ਆ। ਤੇ ਉਮੀਦ ਕਰਦੇ ਹਾਂ ਕਿ ਇਹਨਾਂ ਨੇ ਜਿਸ ਤਰ੍ਹਾਂ ਹਰ ਇੱਕ ਪੱਖ ਦੇ ਵਿੱਚ ਹਰ ਇੱਕ ਪਾਰਟ ਦੇ ਹਾਲਾਤ ਜੋ ਬਣਾਏ ਹੋਏ ਆ ਤੇ ਇਹਦੇ ਰਿਜ਼ਲਟ ਜਿਹੜੇ ਆਉਣ ਵਾਲੇ ਸਮੇਂ ਵਿੱਚ ਇਹੀ ਆਉਣਗੇ ਕਿ ਲੋਕ ਜਿਹੜੇ ਹੈਗੇ ਇਹਨਾਂ ਨੂੰ ਵੀ ਨਕਾਰਨਗੇ। ਦੂਜੀ ਜਿਹੜੀਆਂ ਪਾਰਟੀਆਂ ਉਹਨਾਂ ਦਾ ਤਾਂ ਬੇੜਾ ਗਰਕ ਹੋਏ ਹੋਇਆ, ਬਿਲਕੁਲ ਕੋਈ ਸਰਵਾਈਵਲ ਕਿਸੇ ਦੀ ਹੈ ਨਹੀਂ ਗੀ। ਜਿੰਨਾ ਚਿਰ ਬਾਦਲਾਂ ਦਾ ਟੱਬਰ ਬੈਠਾ ਅਕਾਲੀ ਦਲ ਤੇ ਇਹ 3 ਸੀਟਾਂ ਦੀ ਵੀ 0 ਤੇ ਆ ਜਾਣਗੀਆਂ ਤੇ ਜਿਹੜੇ ਕਾਂਗਰਸ ਵਾਲੇ ਹੈਗੇ ਆ 15 ਲਈ ਫਿਰਦੇ ਆ ਇਹ ਅਗਲੀ ਵਾਰੀ 3 ਤੇ ਜਾਂ 0 ਤੇ ਆਉਣਗੇ। ਅੱਜ ਦੀ ਇਹ ਹੈ, ਕੱਲ੍ਹ ਨੂੰ ਸਿਨੈਰੀਓ ਕੀ ਬਣਦਾ, ਕੋਈ ਚੌਥਾ ਫਰੰਟ ਖੜਾ ਨਹੀਂ ਹੋ ਸਕਦਾ, ਲੋਕਾਂ ਕੋਲ ਕੋਈ ਆਪਸ਼ਨ ਹੀ ਨਾ ਹੋਵੇ ਤੇ ਫਿਰ ਕੀ ਕਹਿ ਸਕਦੇ ਆ। ਜਿਸ ਦੀ ਕੀ ਕੋਸ਼ਿਸ਼ ਜਿਹੜੀ ਹੈਗੀ ਆਉਣ ਵਾਲੇ ਸਮੇਂ 'ਚ ਕਰ ਰਹੇ ਆ ਕਿ ਪੰਜਾਬ ਦੇ ਵਿੱਚ ਕੋਈ ਚੌਥਾ ਫਰੰਟ ਖੜਾ ਕੀਤਾ ਜਾ ਸਕੇ। ਸੇਖੋ ਸਾਹਿਬ ਜਿਹੜੀ ਅੱਜ ਦੇ ਹਾਲਾਤ ਹੈ, ਜਿਸ ਤਰ੍ਹਾਂ ਤੁਸੀਂ ਕਾਂਗਰਸ ਦੀ ਗੱਲ ਕੀਤੀ ਹੈ, ਅਕਾਲੀ ਦਲ ਦੀ ਗੱਲ ਕੀਤੀ ਹੈ, ਕਾਂਗਰਸ
ਦੇ ਵਿੱਚ ਇਸ ਵੇਲੇ 18 ਐਮਐਲਏ ਨੇ, 18 ਤੇ 18 ਆਪਣੇ ਆਪ ਨੂੰ ਚੀਫ ਮਿਨਿਸਟਰ ਸਮਝ ਰਹੇ ਨੇ ਆਉਣ ਵਾਲੇ 24 ਦੇ ਵਿੱਚ। ਔਰ ਅਕਾਲੀ ਦਲ ਦਾ ਤਾਂ ਖੈਰ ਕੁਝ ਬਚਿਆ ਹੀ ਨਹੀਂ ਹੈ, ਕਿਉਂਕਿ ਸੁਖਬੀਰ ਬਾਦਲ ਔਰ ਬਾਦਲ ਪਰਿਵਾਰ ਜਿੰਨੀ ਦੇਰ ਬੈਠਾ ਹੈ, ਬਹੁਤ ਵੱਡਾ ਉਹਨਾਂ ਦੇ ਜਿਹੜਾ ਕਾਡਰ ਹੈ ਉਹ ਨਾਰਾਜ਼ ਹੈ ਬਾਦਲ ਪਰਿਵਾਰ ਨਾਲ। ਤੇ ਦੂਸਰੇ ਪਾਸੇ ਹੁਣ ਬੀਜੇਪੀ ਜ਼ੋਰ ਲਾਉਣ ਲੱਗੀ ਹੋਈ ਹੈ ਵੀ ਅਸੀਂ ਕਿਸੇ ਤਰੀਕੇ ਆ ਜਾਈਏ, ਲੇਕਿਨ ਜੋ ਬੀਜੇਪੀ ਦਾ ਕਾਡਰ ਹੈ ਅੱਜ ਦੀ ਡੇਟ ਦੇ ਵਿੱਚ, ਜੋ ਮੈਨੂੰ ਜ਼ਮੀਨੀ ਹਕੀਕਤ ਪਤਾ ਹੈ, ਉਹ ਆਪਣੀ ਹਾਈ ਕਮਾਂਡ ਤੋਂ ਹੀ ਬੜਾ ਨਾਰਾਜ਼ ਹੈ, ਕਿਉਂਕਿ ਇਸ ਵੇਲੇ ਜਿਹੜੀ ਬੀਜੇਪੀ ਹੈ ਉਹਦੇ ਵਿੱਚ ਕਾਂਗਰਸੀਆਂ ਨੇ ਕਬਜ਼ਾ ਕਰ ਲਿਆ। ਤੁਹਾਡਾ ਇਹਦੇ ਬਾਰੇ ਕੀ ਕਹਿਣਾ? ਤੁਸੀਂ ਬਿਲਕੁਲ ਠੀਕ ਗੱਲ ਕੀਤੀ ਹੈ ਜੀ। ਜਿਹੜਾ ਗੰਦ ਇਕੱਠਾ ਕਰ ਲਿਆ ਇਹਨਾਂ ਨੇ, ਠੀਕ ਹੈ, ਜਿਹੜਾ ਕੈਪਟਨ ਅਮਰਿੰਦਰ ਸਿੰਘ ਸਮੇਤ ਬਾਕੀ ਦੀ ਜਿਹੜੀ ਸੈਨਾ ਸੀਗੀ ਜਿਹੜੀ ਸਾਰੀ ਜਿਹੜੀ ਵੜ ਗਈ, ਉਹਦੇ ਚ ਨੈਚੁਰਲੀ ਜਿਹੜਾ ਬੰਦਾ ਪੁਰਾਣਾ ਹੈਗਾ ਉਹ ਤਾਂ ਹੋਊਗਾ ਹੀ ਨਾ। ਇਹ ਆਮ ਤੌਰ ਤੇ ਇਵੇਂ ਕਰਦੇ ਰਹੇ ਅਕਾਲੀ ਜਿਹੜੇ ਸੀਗੇ, ਉਹ ਵੀ ਟਾਈਮ ਦੇ ਟਾਈਮ ਉਹੋ ਜਿਹੇ ਬੰਦੇ ਨੂੰ ਸਾਹਮਣੇ ਲਿਆ ਕੇ ਟਿਕਟਾਂ ਦੇ ਦਿੰਦੇ ਸੀ ਜਿਹੜਾ ਪੁਰਾਣਾ ਵਰਕਰ ਨਿਰਾਸ਼ ਹੁੰਦਾ ਸੀਗਾ। ਤਾਂ ਨੈਚੁਰਲੀ ਬੀਜੇਪੀ ਦੇ ਵਿੱਚ ਵੀ ਇਹ ਚੀਜ਼ ਪੈਦਾ ਹੋਣੀ ਕੁਦਰਤੀ ਹੈਗੀ ਹੈ, ਹੋਣੀ ਚਾਹੀਦੀ ਵੀ ਹੈਗੀ ਹੈ। ਨਾਲੇ ਖਾਸ ਤੌਰ ਤੇ ਇਹ ਜਿਹੜੇ ਤਾਂ ਇਹਨਾਂ ਨੂੰ ਲੈਣ ਦੇ ਵਿੱਚ ਗਾਈਡ ਕਿਹਨੇ ਕੀਤਾ? ਵੈਸੇ ਸਾਨੂੰ ਇਹ ਵੀ ਪਤਾ ਗਾਈਡ ਕਿਹਨੇ ਕੀਤਾ। ਇੱਕ ਚੇਨ ਆਫ ਆਫੀਸਰਸ ਕੰਮ ਕਰ ਰਹੀ ਹੈ, ਠੀਕ ਹੈ, ਜਿਹੜੇ ਪੰਜਾਬ ਤੋਂ ਗਏ ਹੋਏ ਆ, ਬੜੇ ਵੱਡੇ ਇੰਡੀਆ ਦੇ ਡੀਜੀਪੀ ਲੱਗੇ ਹੋਏ ਜਿਹੜੇ, ਉਹ ਇੱਕ ਚੇਨ ਆਫ ਆਫੀਸਰ ਹੈ ਜਿਹੜੀ ਇਹ ਚੀਜ਼ਾਂ ਦੱਸਣ 'ਚ ਕਾਮਯਾਬ ਹੋ ਰਹੀ ਹੈ ਉੱਪਰਲੇ ਲੈਵਲ ਤੇ ਵੀ ਆਹ ਜਿਹੜਾ ਹੈਗੇ ਆ ਪਤਾ ਨਹੀਂ ਆ ਕੇ ਥੋੜੀ ਬੀਜੇਪੀ ਨੂੰ ਕੋਈ ਫਾਇਦਾ ਹੋ ਜਾਊਗਾ। ਨਹੀਂ, ਬੀਜੇਪੀ ਦਾ ਬਹੁਤ ਵੱਡਾ ਨੁਕਸਾਨ ਹੋ ਰਿਹਾ। ਬੀਜੇਪੀ ਤੋਂ ਬਹੁਤ ਲੋਕ ਜਿਹੜੇ ਬਾਹਰਲੇ ਦੇਖ ਰਹੇ ਸੀ ਬੀਜੇਪੀ ਨੂੰ ਵੀ ਹੋਰ ਕੋਈ ਹੱਲ ਨਹੀਂ ਹੈਗਾ ਤਾਂ ਚਲੋ ਸ਼ਾਇਦ ਬੀਜੇਪੀ ਹੋਵੇ, ਉਹ ਕਿਨਾਰਾ ਕਰ ਰਹੇ ਆ, ਉਹ ਇਸ ਗੰਦ ਦੇ ਜਿਹੜਾ ਮੁਸ਼ਕ ਆ ਰਿਹਾ ਉਹਦੇ ਤੋਂ ਆਪਣਾ ਨੱਕ ਬੰਦ ਕਰ ਰਹੇ ਆ ਵੀ ਇਹੋ ਜਿਹੇ ਲੋਕਾਂ ਨੂੰ ਲੈ ਕੇ ਜੇ ਬੀਜੇਪੀ ਸੋਚੂਗੀ ਪੰਜਾਬ ਸਰਵਾਈਵ ਕਰਨ ਬਾਰੇ ਤਾਂ ਉਹ ਮਤਲਬ ਪਤਾ ਨਹੀਂ ਮੰਗੇਰੀ ਲਾਲ ਦੇ ਸੁਪਨੇ ਵਾਲੀ ਗੱਲ ਹੈ। ਕੌਣ ਲੋਕ ਇਹਨਾਂ ਨੂੰ ਜਿਹੜੇ ਹੈਗੇ ਆ ਗਾਈਡ ਕਰ ਰਹੇ ਆ? ਐਡੀ ਵੱਡੀ ਮਤਲਬ ਪਾਰਟੀ ਇੰਡੀਆ ਇਸ ਮੁਲਕ ਤੇ ਚੌਰਾਂ ਤੋਂ ਜਿਹੜੀ ਰਾਜ ਕਰ ਰਹੀ ਹੈ ਤੇ ਇਹਨਾਂ ਦੀ ਸਿਆਸੀ ਜਿਹੜਾ ਅਕਲ ਦਾ ਦੁਆਲਾ ਜਿਹੜਾ ਨਿਕਲਿਆ ਹੋਇਆ ਉਹ ਇਹੋ ਜਿਹੇ ਡਿਸੀਜ਼ਨ ਤੋਂ ਲੱਗਦਾ ਕਿ ਇਹਨਾਂ ਬੰਦਿਆਂ ਨੂੰ ਲੈ ਕੇ ਜੇ ਸੋਚਣ ਕਿ ਨਕਾਰੇ ਹੋਏ ਲੋਕ ਜਿਹੜੇ ਬਿਲਕੁਲ ਲੋਕਾਂ ਨੇ ਦਰਕਾਰ ਕੇ ਕੱਢੇ ਹੋਏ ਲੋਕ ਹੈ ਤੇ ਇਹਨਾਂ ਦੇ ਸਿਰ ਤੇ ਜੇ ਕੱਲ੍ਹ ਨੂੰ ਜਮ੍ਹਾਂ ਘਟਾਓ ਕਰਕੇ ਮਾਈਕਰੋ ਮੈਨੇਜਮੈਂਟ ਨਾਲ ਜੇ ਸੋਚੀਏ ਤਾਂ ਮਤਲਬ ਸੋਸ਼ਲ ਮੀਡੀਆ ਕਰਕੇ ਲੋਕ ਬਹੁਤ ਜਾਗੇ ਹੋਏ ਹੈ। ਮੈਨੂੰ ਲੱਗਦਾ ਨਹੀਂ ਕਿ ਬੀਜੇਪੀ ਇਸ ਤਰੀਕੇ ਨਾਲ ਮਤਲਬ ਆਉਣ ਵਾਲੇ ਸਮੇਂ ਵਿੱਚ ਕੋਈ ਪੰਜਾਬ ਦੇ ਵਿੱਚ ਉਹਦੀ ਸਰਵਾਈਵਲ ਹੋ ਸਕਦੀ ਹੈ। ਹਾਲਾਂਕਿ ਵੋਟ ਬੈਂਕ ਬਥੇਰਾ ਹੈਗਾ ਬੀਜੇਪੀ ਦਾ, ਪਰ ਉਹ ਵੋਟ ਜਿਹੜਾ ਬੈਂਕ ਹੈ ਉਹ ਸੀਟ ਨਹੀਂ ਕਨਵਰਟ ਕਰਦਾ। ਸੀਟ ਕਨਵਰਟ ਕਰਨ ਵਾਸਤੇ ਉਹਨਾਂ ਨੂੰ ਲੋਕਲ ਲੋੜ ਹੈਗੀ ਹੈ, ਪਰ ਲੋਕਲ ਚੰਗੇ ਬੰਦੇ ਵੀ ਲੱਭੇ ਜਾ ਸਕਦੇ ਆ। ਗੰਦ ਚੋਂ ਤਾਂ ਨਹੀਂ ਜ਼ਰੂਰ ਹੈਗਾ ਵੀ ਇਹਦੇ ਵਿੱਚੋਂ ਅਸੀਂ ਗੰਦ ਚੋਂ ਹੀ ਲੱਭ ਕੇ ਲਈਏ। ਜੇ ਕਮਲ ਪਾਰਟੀ ਦਾ ਨਿਸ਼ਾਨ ਹੈ, ਜ਼ਰੂਰਤ ਨਹੀਂ ਵੀ ਚਿੱਕੜ 'ਚ ਹੀ ਕਰਨਾ, ਕਿਤੇ ਸਾਫ਼ ਪਾਣੀ 'ਚ ਵੀ ਖਿਲ ਜਾਂਦੇ ਆ। ਹਮੇਸ਼ਾ ਚਿੱਕੜ 'ਚ ਨਹੀਂ ਖੜਦੇ ਕਮਲ, ਉਹਨਾਂ ਨੂੰ ਸਾਫ਼ ਪਾਣੀ ਦੀ ਪੰਜਾਬ ਤੱਕ ਘੱਟੋ ਘੱਟ ਲੋੜ ਹੈ। ਜਿਸ ਤਰ੍ਹਾਂ ਤੁਸੀਂ ਗੱਲ ਕਹੀ ਵੀ ਕੈਪਟਨ ਅਮਰਿੰਦਰ ਸਿੰਘ ਦਾ ਹੈਗਾ, ਮੈਂ ਲੋਕਾਂ ਨੂੰ ਯਾਦ ਕਰਾ ਦਿਆਂ ਕਿ ਜੋ ਗਰਾਊਂਡ ਦੇ ਵਿੱਚ ਅੱਜ ਵੀ ਲੋਕੀ ਇਹ ਗੱਲ ਤੇ ਕੈਪਟਨ ਅਮਰਿੰਦਰ ਸਿੰਘ ਤੋਂ ਨਾਰਾਜ਼ ਹੈ ਕਿ ਜਿਹੜੀ ਉਹਨੇ ਗੁਟਕਾ ਸਾਹਿਬ ਦੀ ਕਸਮ ਖਾਧੀ ਸੀ ਉਹ ਲੋਕੀ ਭੁੱਲੇ ਨਹੀਂ ਹੈ। ਤੇ ਜੇ ਲੋਕੀ ਇਹ ਸੋਚਦੇ ਨੇ ਜਾਂ ਜਿਸ ਤਰ੍ਹਾਂ ਸੇਖੋ ਸਾਹਿਬ ਨੇ ਕਿਹਾ ਵੀ ਬੀਜੇਪੀ ਜਿਹੜੇ ਹੈਗੀ ਹੈ ਉਹ ਇੱਕ ਅੱਛੀ ਪਾਰਟੀ ਹੈ ਔਰ ਕੁਝ ਜੇ ਅੱਛੇ ਬੰਦੇ ਆਣ ਤੇ ਉਹ ਇੱਥੇ ਸਟੈਬਲਿਸ਼ ਹੋ ਸਕਦੀ ਹੈ, ਬਿਲਕੁਲ ਠੀਕ ਗੱਲ ਕਹੀ ਹੈ। ਲੇਕਿਨ ਸਭ ਤੋਂ ਵੱਡਾ ਅੱਜ ਸਵਾਲ ਇਹ ਹੈ ਕਿ ਬੀਜੇਪੀ ਨੂੰ ਆਪਣੀਆਂ ਅੱਖਾਂ ਖੋਲ੍ਹਣ ਦੀ ਲੋੜ ਹੈ। ਔਰ ਦੂਸਰਾ ਜਿਹੜਾ ਕੈਪਟਨ ਅਮਰਿੰਦਰ ਸਿੰਘ ਨੇ ਆਪਣੇ ਟਾਈਮ ਦੇ ਵਿੱਚ ਕੀਤੀਆਂ ਨੇ ਕਰਤੂਤਾਂ ਕਹਿ ਲਈਏ ਜਾਂ ਜੋ ਨਿਕੰਮੇ ਕੰਮ ਕੀਤੇ ਨੇ ਉਹ ਲੋਕਾਂ ਦੇ ਨਜ਼ਰਾਂ 'ਚੋਂ ਗਏ ਨਹੀਂ ਗਏ। ਤੇ ਸੇਖੋ ਸਾਹਿਬ, ਚਲੋ ਇਹ ਮੇਰਾ ਲਾਸਟ ਸਵਾਲ ਹੈ ਤੁਹਾਨੂੰ ਕਿ ਹੁਣ ਤੁਹਾਡਾ ਅੱਗੇ ਕੀ ਪਲਾਨ ਆਫ ਐਕਸ਼ਨ ਹੈ? ਕਿਉਂਕਿ ਤੁਸੀਂ ਡਰੱਗ ਦੇ ਮੁੱਦੇ ਤੇ ਲੜ ਰਹੇ ਹੋ, ਤੁਸੀਂ ਗੈਂਗਸਟਰ ਰਾਜ ਤੇ ਲੜ ਰਹੇ ਹੋ, ਤੁਸੀਂ ਕਰਪਸ਼ਨ ਦੇ ਮੁੱਦੇ ਤੇ ਲੜ ਰਹੇ ਹੋ ਔਰ ਤੁਸੀਂ ਜੋ ਸਭ ਤੋਂ ਵੱਡਾ ਮੁੱਦਾ ਨਸ਼ੇ ਦਾ ਜਿਹੜੀਆਂ ਰਿਪੋਰਟਾਂ ਪਈਆਂ ਨੇ ਹਾਈ ਕੋਰਟ ਦੇ ਵਿੱਚ ਔਰ ਤੁਸੀਂ ਜੱਜਾਂ ਨੂੰ ਬਿਲਕੁਲ ਸਿੱਧੇ ਤੌਰ ਤੇ ਜ਼ਿੰਮੇਵਾਰ ਠਹਿਰਾ ਰਹੇ ਹੋ। ਤੁਸੀਂ ਕਿਸੇ ਬਹੁਤ ਹੱਦ ਤੱਕ ਬਿਲਕੁਲ ਠੀਕ ਹੋ ਕਿ ਜੱਜ ਚਾਹੁੰਦੇ ਤਾਂ ਉਹ ਰਿਪੋਰਟਾਂ ਖੋਲ੍ਹ ਸਕਦੇ ਸੀ ਔਰ ਅੱਜ ਨਹੀਂ ਖੋਲ੍ਹ ਸਕਦੇ ਸੀ, ਅੱਜ ਤੋਂ 2 ਸਾਲ 3 ਸਾਲ ਪਹਿਲਾਂ ਵੀ ਖੋਲ੍ਹ ਸਕਦੇ ਸੀ। ਹੁਣ ਤੁਹਾਡਾ ਅੱਗੇ ਕੀ ਪਲਾਨ ਆਫ ਐਕਸ਼ਨ ਹੈ? ਪਲਾਨ ਆਫ ਐਕਸ਼ਨ ਤਾਂ ਜਿਹੜਾ ਬੈਂਸ ਸਾਹਿਬ ਹੈਗੇ ਆ, ਹੋਰ ਬੜੇ ਸਿਆਣੇ ਲੋਕ ਇਸ ਦੇ ਵਿੱਚ ਹੈਗੇ ਪਾਰਟੀ 'ਚ, ਉਸ ਨਿਰਧਾਰਿਤ ਕਰਨਗੇ। ਅਸੀਂ ਵੀ ਆਪਣੀ ਸਮਰੱਥਾ ਮੁਤਾਬਕ ਬੁੱਧੀ ਮੁਤਾਬਕ ਸਲਾਹ ਦੇਣ ਦੀ ਕੋਸ਼ਿਸ਼ ਕਰਾਂਗੇ। ਤੁਸੀਂ ਕਿਹਾ ਗੈਂਗਸਟਰ ਰਾਜ ਦੀ ਗੱਲ ਕੀਤੀ ਸੀ, ਮੈਂ ਇਸ ਗੈਂਗਸਟਰ ਰਾਜ ਦੇ ਵਿੱਚ ਕਦੇ ਵੀ ਪੰਜਾਬ ਦੇ ਉਹ ਬੱਚੇ ਨੇ ਜਿਹਨਾਂ ਨੂੰ ਗੈਂਗਸਟਰ ਬਣਾ ਕੇ ਇਹਨਾਂ ਨੇ ਅੱਜ ਕੋਰਨਰ ਕਰਕੇ ਮਤਲਬ ਐਨਕਾਊਂਟਰਾਂ ਕਰਨ ਵਾਸਤੇ ਤਾੜ ਲਏ ਹੈ ਜੇਲ੍ਹਾਂ ਦੇ ਵਿੱਚ ਜਾਂ ਮਤਲਬ ਘਰਾਂ ਤੋਂ ਬਾਹਰ ਕਰ ਲਏ ਹੈ। ਮੈਂ ਇਹਨਾਂ ਨੂੰ ਮਤਲਬ ਬਿਲਕੁਲ ਇਸ ਸਿਸਟਮ ਦੇ ਬਿਲਕੁਲ ਅਗੇਂਸਟ ਹੈ। ਪੋਲੀਟੀਸ਼ੀਅਨ ਦੀ ਪ੍ਰੋਡਕਟ ਹੈ, ਪੋਲੀਟੀਸ਼ੀਅਨ ਨੇ ਤੇ ਸਿਸਟਮ ਨੇ ਰਲ ਕੇ ਉਹਨਾਂ ਨੂੰ ਪੈਦਾ ਕੀਤਾ। ਕੋਈ ਆਪਣਾ ਘਰਾਂ ਦੇ ਵਿੱਚੋਂ ਬੱਚੇ ਗੈਂਗਸਟਰ ਬਣ ਕੇ ਪੈਦਾ ਨਹੀਂ ਹੁੰਦੇ। ਤਾਂ ਅਸੀਂ ਤਾਂ ਕੋਸ਼ਿਸ਼ ਕਰਾਂਗੇ ਜੇ ਕਦੇ ਮੌਕਾ ਮਿਲਿਆ ਕਿ ਉਹਨਾਂ ਨੂੰ ਡਾਇਲੌਗ ਤੇ ਲੈ ਕੇ ਉਹਨਾਂ ਦੇ ਘਰਾਂ ਵਿੱਚ ਵੜਿਆ ਜਾਵੇ। ਉਹਨਾਂ ਦੇ ਵੀ ਮਾਂ-ਬਾਪ ਨੇ, ਉਹਨਾਂ ਤੋਂ ਪੁੱਛ ਕੇ ਵੇਖੋ ਨਾ। ਗੈਂਗਸਟਰ ਕਹਿਣਾ ਤਾਂ ਸੌਖਾ ਹੈ, ਜਿਹਦਾ ਬੱਚਾ ਬਣਿਆ ਗੈਂਗਸਟਰ ਕਿਹੜੇ ਹਾਲਾਤਾਂ 'ਚ ਬਣਿਆ ਉਹ, ਤੇ ਉਹਦੇ ਮਾਂ-ਬਾਪ ਨਹੀਂ, ਉਹਦੇ ਭੈਣ ਭਰਾ ਨਹੀਂ, ਉਹਦੇ ਕੁਛ ਹੋਰ ਨਹੀਂ ਹੈਗਾ ਘਰ ਦੇ ਵਿੱਚ। ਬਣਾਇਆ ਕੀ ਨਹੀਂ ਹੈਗਾ, ਅਸਲੀ ਦੋਸ਼ੀ ਕੌਣ ਹੈ?
ਉਹ ਪੋਲੀਟੀਸ਼ੀਅਨ ਹੈ, ਉਹ ਸਿਸਟਮ ਹੈ, ਬਿਊਰੋਕਰੇਟ ਹੈ, ਸਭ ਤੋਂ ਵੱਡਾ ਦੋਸ਼ੀ ਬਿਊਰੋਕਰੇਟ ਕਰਨਾ। ਮੈਨੂੰ ਬੜੀ ਵਾਰੀ ਆਪਣੇ ਦੋਸ਼ੀ ਬਦਲਣੇ ਪੈਂਦੇ ਹੁੰਦੇ, ਕਦੇ ਮੈਂ ਮੀਡੀਆ ਨੰਬਰ 1 ਤੇ ਲੈ ਕੇ ਆਇਆ ਸੀਗਾ, ਫਿਰ ਮੈਨੂੰ ਪੋਲੀਟੀਸ਼ੀਅਨ ਲੱਗਦਾ ਹੈ, ਬਿਊਰੋਕਰੇਟ ਲੱਗਦਾ ਹੈ। ਅੱਜ ਕੱਲ੍ਹ ਤਾਂ ਮੈਨੂੰ ਇੰਟੈਲੈਕਚੁਅਲ ਜਿਹੜੇ ਬੰਦੇ ਉਹਨਾਂ ਵਾਸਤੇ ਵੀ ਬੜੀ ਨਫ਼ਰਤ ਪੈਦਾ ਹੋ ਰਹੀ ਹੈ ਵੀ ਇਹ ਇਸ ਤਰ੍ਹਾਂ ਦੇ ਲੋਕ ਹਾਂ ਅਸੀਂ ਵਿਚਾਰ ਹੀ ਕਰੀ ਜਾਵਾਂਗੇ। ਅਸੀਂ ਹਮੇਸ਼ਾ ਇਹੋ ਜਿਹੀਆਂ ਪਬਲਿਕ ਪਲੇਸਾਂ 'ਤੇ ਇਕੱਠੇ ਹੋ ਕੇ ਫਿਰ ਉੱਥੇ ਬਹਿ ਕੇ ਸਾਹਿਤਕ ਉਲਟੀਆਂ ਕਰਦੇ ਹਾਂ, ਘਰੋਂ ਤਿਆਰੀਆਂ ਕਰਦੇ ਹਾਂ, ਢਿੱਡ ਸਾਡੇ 'ਚ ਕੋੜ ਬੜਾ ਭਰਿਆ ਹੋਇਆ। ਤਾਂ ਇਸ ਟਾਈਮ ਮੈਂ ਗਿਣਦਾ ਪੰਜਾਬ ਦਾ ਇੰਟੈਲੈਕਚੁਅਲ ਹੈ ਜਿਹੜਾ ਬੋਲਿਆ ਨਹੀਂ, ਜਿਹਨਾਂ ਨੇ ਆਪਣਾ ਰੋਲ ਅਦਾ ਨਹੀਂ ਕੀਤਾ, ਕਲਮਾਂ ਵਾਲੇ ਹੈ, ਇਹ ਸਭ ਦੇ ਸਭ ਜਿਹੜੇ ਪੰਜਾਬ ਦੇ ਸਭ ਤੋਂ ਵੱਡੇ ਦੁਸ਼ਮਣ ਹੈ। ਆਉਣ ਵਾਲੇ ਸਮੇਂ ਵਿੱਚ ਇਹਨਾਂ 'ਤੇ ਵੀ ਗੱਲ ਕੀਤੀ ਜਾਊਗੀ, ਕਿਉਂਕਿ ਇਹਨਾਂ ਨੂੰ ਕੋਈ ਟਾਰਗੇਟ ਹੀ ਨਹੀਂ ਕਰਦਾ। ਇਹਨਾਂ ਨੂੰ ਚੰਗਾ ਹੀ ਕਿਹਾ ਜਾਂਦਾ ਵੀ ਇਹ ਤਾਂ ਬਹੁਤ ਚੰਗੇ ਹੈ ਜੀ, ਪਰ ਨਹੀਂ, ਜਿਸ ਬੰਦੇ ਦੀ ਡਿਊਟੀ ਜਿਹਨੇ ਕੀਤੀ, ਚੌਕੀਦਾਰ ਨੇ ਜੇ ਆਪਣੀ ਡਿਊਟੀ ਕੀਤੀ ਹੁੰਦੀ ਤਾਂ ਜਿਹੜਾ ਹੈਗਾ ਸਾਡੇ ਇਸ ਤਰ੍ਹਾਂ ਲੁੱਟਿਆ ਪਟਿਆ ਨਹੀਂ ਜਾਣਾ ਸੀ ਪੰਜਾਬ ਨੇ। ਤੇ ਇਹ ਚੌਕੀਦਾਰ ਹੁੰਦੇ ਆ, ਜਿਹੜਾ ਇੰਟੈਲੈਕਚੁਅਲ ਲੈਵਲ ਹੁੰਦਾ। ਸੋ ਇਹ ਵੀ ਬਹੁਤ ਵੱਡੇ ਦੋਸ਼ੀ ਹੈ। ਹੋ ਸਕਦਾ ਪਹਿਲੇ ਨੰਬਰ ਦੀ ਬਾਜੀ ਵੀ ਮਾਰ ਕੇ ਲੈ ਜਾਣ। ਆਉਣ ਵਾਲੇ ਸਮੇਂ 'ਚ ਇਹਦੇ 'ਤੇ ਵਿਚਾਰ ਚਰਚਾ ਕਰਕੇ ਐਕਸ਼ਨ ਕਰਾਂਗੇ। ਅਸੀਂ ਇੱਥੇ ਜਿਹੜਾ ਕੱਲ੍ਹ ਦੀ ਗੱਲ ਕੀਤੀ ਉਹ 'ਚ ਇਹ ਕਿਹਾ ਇਹ ਇੱਥੇ ਇਕੱਠੇ ਹੁੰਦੇ ਆ ਵਿਚਾਰ ਚਰਚਾ ਕਰਨ ਵਾਸਤੇ। ਅਸੀਂ ਕਹਿੰਦੇ ਆ ਸਿਰ ਜੋੜੀਏ ਅਤੇ ਨਿਰਣਾ ਕਰੀਏ। ਤਾਂ ਅਸੀਂ ਕੋਸ਼ਿਸ਼ ਕਰਾਂਗੇ ਕੱਲ੍ਹ ਇੱਥੇ ਕੋਈ ਨਾ ਕੋਈ ਜਿਹੜਾ ਇਹ 3 ਮਹੀਨਿਆਂ ਵਿੱਚ ਇਹ ਰਿਪੋਰਟਾਂ ਜੇ ਨਹੀਂ ਖੋਲ੍ਹਦੇ ਸਾਨੂੰ ਵੀ ਪਤਾ ਹੈ, ਠੀਕ ਹੈ, ਇਹ ਵੀ ਮਤਲਬ ਬੜੇ ਪਹੁੰਚੇ ਹੋਏ ਚੀਜ਼ਾਂ ਨੇ, ਪਤਾ ਹੈ, ਵਾਚ ਕਰਦੇ ਨਹੀਂ ਖੋਲ੍ਹਣਗੇ, ਸਾਨੂੰ ਪਤਾ। ਪਰ ਹੁਣ ਸੈਂਟਰ ਸਰਕਾਰ ਦਾ ਵੀ ਇਹਨਾਂ 'ਤੇ ਬਿਲਕੁਲ ਵਿੰਗ ਜਿਹੜਾ ਹੈਗਾ ਧੌਣ 'ਤੇ ਰੱਖਿਆ ਹੋਇਆ, ਉਹ ਵੀ ਵੇਖ ਰਹੇ ਇਹਨਾਂ ਨੂੰ ਜਿਸ ਤਰ੍ਹਾਂ ਦਾ ਇਹ ਹਾਲਾਤ ਪੈਦਾ ਕੀਤੇ ਹੋਏ ਆ। ਤਾਂ ਇਸ ਕਰਕੇ ਕਾਫੀ ਇਹਨਾਂ 'ਤੇ ਪ੍ਰੈਸ਼ਰ ਹੈ, ਪਬਲਿਕ ਦਾ ਪ੍ਰੈਸ਼ਰ ਜਿੱਦਾਂ ਖੜਾ ਹੋ ਗਿਆ। ਤਾਂ ਪਹਿਲੀ ਗੱਲ ਤਾਂ ਆਪਣੀ ਡਿਊਟੀ ਠੀਕ ਕਰਨਗੇ, ਅਤੇ ਬਾਕੀ ਆਉਣ ਵਾਲੇ ਸਮੇਂ 'ਚ ਬਹੁਤ ਕੁਝ ਚੀਜ਼ਾਂ ਦੇ ਜਵਾਬ ਮਿਲਣਗੇ। ਜਿਸ ਤਰ੍ਹਾਂ ਸੇਖੋ ਸਾਹਿਬ ਨੇ ਗੱਲ ਕਹੀ ਹੈ ਔਰ ਬਹੁਤ ਵਧੀਆ ਮੁੱਦਾ ਇਹਨਾਂ ਨੇ ਚੱਕਿਆ ਹੈ ਸੇਖੋ ਸਾਹਿਬ ਨੇ, ਵੀ ਸਭ ਤੋਂ ਵੱਡਾ ਜਿਹੜਾ ਮੁੱਦਾ ਹੈ ਇਸ ਵੇਲੇ ਡਰੱਗ ਦਾ ਹੈ, ਔਰ ਜਿਹੜੀਆਂ ਰਿਪੋਰਟਾਂ ਹਾਈ ਕੋਰਟ ਦੇ ਵਿੱਚ ਬੰਦ ਪਈਆਂ ਨੇ ਉਹਨਾਂ ਨੂੰ ਖੋਲ੍ਹਿਆ ਜਾਵੇ। ਔਰ ਜਿਹੜੀਆਂ ਖਾਸ ਤੌਰ 'ਤੇ ਕਿਉਂਕਿ ਉਹਦੇ ਵਿੱਚ ਪੰਜਾਬ ਪੁਲਿਸ ਦੇ ਕਈ ਅਫਸਰਾਂ ਦਾ ਨਾਮ ਹੈ, ਕਾਲੀਆਂ ਭੇਡਾਂ ਨੇ, ਉਹਨਾਂ ਨੂੰ ਐਕਸਪੋਜ਼ ਕੀਤਾ ਜਾਵੇ। ਔਰ ਪਤਾ ਵੀ ਲੱਗੇ ਨਾਲੇ ਜਿਹੜਾ ਬੀਜੇਪੀ ਲੈ ਕੇ ਗਈ ਹੈ ਕੈਪਟਨ ਅਮਰਿੰਦਰ ਸਿੰਘ ਨੂੰ, ਕੈਪਟਨ ਅਮਰਿੰਦਰ ਸਿੰਘ ਦਾ ਸਹੀ ਚਿਹਰਾ ਲੋਕਾਂ ਤੱਕ ਪਹੁੰਚੇ। ਇਹ ਵੀ ਇੱਕ ਇਹਨਾਂ ਦਾ ਉਪਰਾਲਾ ਹੈ ਵੀ ਸੱਚਾਈ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ। ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ।